पद पंकज बंदना पद पंकज बंदना सिमरो अंगद दोख निकंदना दोख निकंदना अमरदास गोर श्री गुरु रामदास गुण गावो श्री गुरु रामदास गुण गावो गुरु अर्जन विघ्नन के नाशक विघ्नन के नाशक गुरु हर गोबिंद शोभ मत प्रकाशक शोभ मत प्रकाशक गुरु हर राय नमो कर जोरी नमो कर जोरी गुरु हर कृष्ण मनाय बहोरी मनाय तेग बहादुर परम कृपाला जी परम कृपाला गुरु गोबिंद सिंह विशाला गुरु गोबिंद सिंह विशाला तरों तरा पुर पुन 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 सीसा बंद बार बार जगदीसा बंद बार बार जगदीसा। श्री गुरु ग्रंथ साहिब महाराज जी दी पावन हजूरी अंदर सुभाईमान सतसंगी जनों मनुख अपनी जिंदगी दे विच कोई भी कर्म मानसिक तौर ते करता है उस कर्म का प्रतिकर्म इसनूं जरूर भुगतना पैंदा है। कर्म कोई एक मनुख करेगा हो सकता है उस दे कल्ले दे कीते कर्म का भुगतान पूरे परिवार नूं करना पए। हो सकता है माड़ा कर्म एक पूरा नगर कर दवे ते उस दा भुगतान पूरे दे पूरे जिले नूं करना पए। ये भी हो सकता है माड़ा कर्म एक स्टेट कर दवे पूरे देश नूं भुगतना पए। ये भी हो सकता है एक देश ही दे विच माड़े कर्म होण उसका भुगतान कई देशों को भुगतना पए। इवें जिहड़ी ये धरती है मनुख जिवें जिवें अपने आप नूं तरक्की की राह ते लैके तुरिया मनुख बड़ा खुश होया जदों ये फोन ते गल इत्थों अमरीका विच करनी शुरू की। अपनी आवाज़ नूं एक थां तो 5000 किलोमीटर दूर ते सुनन ते बड़ा खुश होया। इसनूं लगदा सी भी ये जिहड़ी इहदी तरक्की है ये तरक्की हुण किते हौली हौली परमात्मा की सारी शक्तियां नूं काबू विच कर लवेगी। फिर परमात्मा ने जिहड़ियां चीज़ां धरती विच भी दबाइयां सी मनुख ने तरक्की नाल उहनूं भी कड्ढना शुरू किया। बहुत कुछ एक करदा रहा पर इसनूं ये नहीं सी पता
ਜੋ ਇਹ ਕਰਮ ਕਰ ਰਿਹਾ ਹੈ, ਇਹਨਾਂ ਕਰਮਾਂ ਦਾ ਕੋਈ ਨਿਸ਼ਚਿਤ ਤੌਰ ਤੇ ਮਾੜਾ ਫਲ ਵੀ ਹੋਏਗਾ। ਆਪਣੇ ਆਪ ਨੂੰ ਤਰੱਕੀ ਦਾ ਹਾਣੀ ਕਹਿਣ ਵਾਲਾ ਮਨੁੱਖ ਅੱਜ ਇੱਕ ਛੋਟੇ ਜਿਹੇ ਕੀੜੇ ਤੋਂ ਮੁੱਖ ਛੁਪਾਈ ਘਰਾਂ ਵਿੱਚ ਵੜੀ ਬੈਠਾ ਹੈ। ਬਾਣੀ ਕਹਿੰਦੀ ਹੈ 84 ਲੱਖ ਜੁਨੀਆਂ ਦਾ ਸਰਦਾਰ ਮਨੁੱਖ ਅੱਜ ਇੱਕ ਛੋਟਾ ਜਿਹਾ ਕਰੋਨਾ ਵਾਇਰਸ ਇਹਨੂੰ ਦੱਬੀ ਬੈਠਾ ਹੈ। ਦੁਨੀਆ ਦੀ ਸਭ ਤੋਂ ਅਦਭੁਤ ਜੇ ਕਾਢ ਹੈ ਤੇ ਉਹ ਮਨੁੱਖਾ ਜਨਮ ਹੈ। ਜੇ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਚੀਜ਼ ਕੋਈ ਹੈ ਤੇ ਇਹ ਮਨੁੱਖਾ ਜਨਮ ਹੈ। ਇਸ ਤੋਂ ਵੱਡੀ ਚੀਜ਼ ਨਹੀਂ ਦੁਨੀਆ ਵਿੱਚ ਕੋਈ। ਇਸੇ ਮਨੁੱਖ ਨੇ ਵੱਡੇ ਵੱਡੇ ਹਾਥੀਆਂ ਨੂੰ ਕਾਬੂ ਵਿੱਚ ਕੀਤਾ, ਸ਼ੇਰਾਂ ਨੂੰ ਕਾਬੂ ਵਿੱਚ ਕੀਤਾ, ਸਾਰੇ ਜਾਨਵਰਾਂ ਨੂੰ ਪਿੰਜਰਿਆਂ ਵਿੱਚ ਪਾਉਣ ਵਾਲਾ ਅੱਜ ਖੁਦ ਪਿੰਜਰੇ ਦਾ ਮੁਹਤਾਜ ਹੋ ਗਿਆ। ਕਿ ਇਸ ਦੇ ਕੋਈ ਕਾਰਨ ਹੋਣਗੇ? ਜ਼ਰੂਰ ਹੋਣਗੇ। ਗਲਤੀਆਂ ਕੋਈ ਪੰਜ-ਚਾਰਾਂ ਨੇ ਕੀਤੀਆਂ ਹੋਣਗੀਆਂ, ਭੁਗਤਣੀ ਪੂਰੀ ਮਨੁੱਖਾ ਜਾਤੀ ਨੂੰ ਪੈ ਰਹੀਆਂ ਨੇ। ਮੈਂ ਜਿਹੜੀ ਗੱਲ ਆਪ ਜੀ ਦੇ ਸਾਹਮਣੇ ਕੀਤੀ, ਗਲਤੀ ਪਰਿਵਾਰ ਦਾ ਇੱਕ ਮੈਂਬਰ ਕਰੇ, ਭੁਗਤਣੀ ਸਾਰੇ ਪਰਿਵਾਰ ਨੂੰ ਪੈਂਦੀ ਹੈ। ਗਲਤੀਆਂ ਇੱਕ ਦੇਸ਼ ਕਰੇ, ਹੋ ਸਕਦਾ ਹੈ ਪੂਰੇ ਵਿਸ਼ਵ ਦੇ ਮਨੁੱਖਾਂ ਨੂੰ ਭੁਗਤਣੀਆਂ ਪੈਣ। ਅੱਜ ਭੁਗਤਣੀਆਂ ਪੈ ਰਹੀਆਂ ਨੇ। ਬਾਣੀ ਕਹਿੰਦੀ ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿੱਖਦਾਰੀ। ਬਾਕੀ ਜਿੰਨੀਆਂ ਵੀ ਜੌਨਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਮਨੁੱਖ ਦੀਆਂ ਪਾਣੀ ਭਰਨ ਵਾਲੀਆਂ ਨੇ। ਪਰਮਾਤਮਾ ਨੇ ਇਹ ਮਨੁੱਖ ਨੂੰ ਸਰਦਾਰ ਬਣਾਇਆ ਦੁਨੀਆ ਦਾ, ਪਰ ਆਪਣੇ ਗਲਤ ਕਰਮਾਂ ਦੀ ਵਜ੍ਹਾ ਨਾਲ ਅੱਜ ਇਹ ਧਰਤੀ ਹੀ ਮਨੁੱਖ ਦੀ ਵੈਰੀ ਹੋ ਚੁੱਕੀ ਹੈ ਆਪਣੇ ਕਰਮਾਂ ਕਰਕੇ। ਅੱਜ ਜੇ ਕੋਈ ਐਵੇਂ ਕਹੇ ਨਾ ਮਨੁੱਖਾਂ ਨੂੰ ਵੀ ਇੱਥੇ ਵਾਇਰਸ ਬੜਾ ਫੈਲਿਆ ਹੈ, ਚੰਦਰਮਾ ਦੇ ਉੱਤੇ ਰਹਿਣ ਦਾ ਥਾਂ ਬਣ ਗਿਆ ਹੈ, ਚਲੋ ਉੱਥੇ ਸਾਰੀਆਂ ਹੀ ਸੁਵਿਧਾਵਾਂ ਨੇ ਜਿਹੜੀਆਂ ਧਰਤੀ ਦੇ ਨੇ। 1 ਮਿੰਟ ਨਹੀਂ ਲੱਗੇਗਾ, ਜਹਾਜ਼ ਭਰਦਿਆਂ ਦੁਨੀਆ ਜਾਣ ਨੂੰ ਤਿਆਰ ਹੈ ਕਿ ਉੱਥੇ ਜਾ ਕੇ ਬਚ ਜਾਣਗੇ। ਉੱਥੇ ਜਾ ਕੇ ਫਿਰ ਐਸਾ ਹੀ ਕੰਮ ਕਰਨਗੇ, ਉਹਨੂੰ ਵੀ ਗਰਕ ਕਰ ਦੇਣਗੇ, ਫਿਰ ਅਗਲੇ ਗ੍ਰਹਿ 'ਤੇ ਚੱਲ ਪੈਣਗੇ। ਪਰਮਾਤਮਾ ਦੀ ਬੰਦਗੀ ਤੋਂ ਦੂਰ ਹੋ ਕੇ, ਗੁਰੂਆਂ ਪੀਰਾਂ ਦੀਆਂ ਗੱਲਾਂ ਨੂੰ ਛੱਡ ਕੇ ਆਪਣੀ ਮੱਤ ਦੇ ਮਗਰ ਤੁਰਿਆ, ਅਵਤਾਰਾਂ ਤੇ ਪੀਰਾਂ ਨੂੰ ਦੂਰ ਕਰ ਦਿੱਤਾ। ਆਪਣੀ ਮੱਤ ਦੇ ਮਗਰ ਤੁਰਨ ਵਾਲਾ ਮਨੁੱਖ ਅੱਜ ਹਾਰ ਬੈਠਾ ਹੈ। ਪਰਮਾਤਮਾ ਅੱਗੇ ਬਾਰ-ਬਾਰ ਅਰਦਾਸਾਂ ਕਰਦਾ ਹੈ, ਹੁਣ ਮੇਰਾ ਖਹਿੜਾ ਛਡਵਾ ਦੇ। ਹੁਣ ਬਾਰ-ਬਾਰ ਕਹਿੰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਉਹ ਤੇ ਰੱਖੇਗਾ ਹੀ। ਬਾਣੀ ਇਹ ਕਹਿੰਦੀ ਹੈ, ਇਹ ਬੇਨਤੀ ਹੈ, ਔਰ ਇਹ ਮਹਾਰਾਜ ਮੈਨੂੰ ਰੱਖ ਲੈ, ਮੇਰੇ ਅੰਦਰ ਦਾ ਜਿਹੜਾ ਮਨ ਹੈ, ਬੁੱਧੀ ਹੈ, ਪੂਰਾ ਜਗਤ ਹੈ, ਆਪਣੀ ਕਿਰਪਾ ਕਰਕੇ ਮੈਨੂੰ ਬਚਾ ਲੈ। ਜਾਣੇ ਅਣਜਾਣੇ 'ਚ ਮੇਰੇ ਤੋਂ ਗਲਤੀਆਂ ਹੋ ਗਈਆਂ ਨੇ। ਅੰਤ ਦੇ ਵਿੱਚ ਫਿਰ ਮਨੁੱਖ ਦੇ ਕੋਲ ਇੱਕੋ ਚੀਜ਼ ਰਹਿ ਜਾਂਦੀ ਹੈ, ਉਹ ਹੈ ਅਰਦਾਸ। ਹੁਣ ਇਹ ਬਾਰ-ਬਾਰ ਅਰਦਾਸ ਕਰੇਗਾ ਤੇ ਬਚ ਸਕਦਾ ਹੈ। ਪਰ ਮੈਂ ਇੱਕ ਹੋਰ ਬੇਨਤੀ ਕਰਾਂ, ਜੇ ਮਨੁੱਖ ਸੋਚੇ ਕਿਤੇ ਸਿਆਣਪਾਂ ਦੇ ਨਾਲ ਤੇ ਚਤੁਰਾਈਆਂ ਦੇ ਨਾਲ ਮੈਂ ਇੱਥੇ ਜੀ ਲਵਾਂਗਾ, ਐਸਾ ਨਹੀਂ ਹੋਣਾ। ਜੇ ਚਤੁਰਾਈਆਂ ਦੇ ਨਾਲ ਜ਼ਿੰਦਗੀ ਹੁੰਦੀ, ਫਿਰ ਚਤੁਰਾਈ ਦੇ ਨਾਲ ਮਨੁੱਖ ਨੇ ਮੌਤ ਨੂੰ ਵੀ ਜਿੱਤ ਲੈਣਾ ਸੀ। ਨਹੀਂ ਜਿੱਤਿਆ ਜਾਣਾ। ਬੜੀ ਛੋਟੀ ਹੈ ਮਨੁੱਖ ਦੀ ਬੁੱਧੀ, ਬਹੁਤ ਛੋਟੀ ਹੈ। ਉਹ ਬੜਾ ਵੱਡਾ ਹੈ। ਉਸ ਦਾ ਬਣਾਇਆ ਸੰਸਾਰ, ਉਸ ਦੇ ਬਣਾਏ ਨਿਯਮ ਬੜੇ ਵੱਡੇ ਨੇ, ਸੋਚ ਤੋਂ ਬਾਹਰ ਨੇ, ਪਹੁੰਚ ਤੋਂ ਬਾਹਰ ਨੇ। ਨਹੀਂ ਜਾਣਿਆ ਜਾ ਸਕਦਾ ਮੁਕੰਮਲ ਤੌਰ 'ਤੇ ਉਹਦੇ ਬਾਰੇ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਬਾਰ-ਬਾਰ ਬਾਣੀ ਦੇ ਵਿੱਚ ਕਹਿੰਦੇ ਨੇ, ਮਨੁੱਖ ਆਪਣਿਆਂ ਕਰਮਾਂ ਵੱਲ ਧਿਆਨ ਦੇ।
जो तू कर्म कर रहा है उन्हां कर्मां दे बारे सोच, ये कर्म ठीक ने कि गलत ने। जिवें दुनिया का एक महान फिलोसफर होया सुकरात, सुकरात नूं सज़ा मिली, जहर का प्याला दे के उसनूं मार दिता जाना सी। जहर का प्याला दे के उन्हें मर जाना सी, अगले दिन उन्होंने सज़ा मिली हुई सी। उसदे जिहड़े चेले सन या उन्होंने चाहण वाले जिहड़े लोग सन, वो कहण लगे तेनू सुकरात ऐसा बंदोबस्त असी कर दिंदे आ, तू इत्थों बच जावेंगा, दूजे देश निकल जा, सज़ा तो बच जाएगा। सुकरात कहण लग्या मैनू ये सज़ा क्यों मिल रही है? तेनू सज़ा तां मिल रही है तू हुकूमत के विरुद्ध बोलता है तो सच बोलता है, तू दुनिया के सामने सच्चाई रख रहा है। परमेश्वर एक है, तुसी पूजा तो मूर्ति पूजा तो दूर हो जाओ। तू परंपरा दे विच आए हुए परंपरावां दा खंडन कर रहा है, तां तैनू सज़ा मिल रही है। कहंदा ये वाली सोच मैं दूजे देश में जाके छड़ देवांगा? कहंदा नहीं। कहंदा फिर उत्थे फिर मैनू सज़ा मिलेगी। जिथे भी जावांगा यही लोग मिलणगे, सोच मैं बदल नहीं सकता, सज़ा मैनू मिलनी ही मिलनी है, फिर इत्थे ही क्यों ना ले ली जाए। मेरी सोच नूं मेरे देश के वासी नहीं एक्सैप्ट कर रहे, दूजे देश के वासी किवें करनगे? फिर याद रखना, मनुख परेशान है अपने कर्मां करके। इत्थों जाके दूजे ग्रहां ते चल जाएगा कि कर्म बदल जाएंगे, दूजे ग्रहां दे नहीं बदलते। आ देश छड्ड देगा, अमरीका में चले जाएगा कि कर्म बदल जाएंगे, अमरीका में जाके नहीं बदल। जे देश बदलण दे नाल, घर बदलण दे नाल, पिंड बदलण दे नाल कर्म बदल जाते होंदे, फिर तो बड़ा सौखा सी। मनुख ने अपनी प्रॉपर्टी बेचनी थी, जा कनेडा में बैठना सी, कर्म बदल जाने सी। नहीं बदल, देश बदलण नाल कर्म नहीं बदलते। ताई बाणी कहती है तू दोषी ना देश नूं ठहरा, ना अपने माँ बाप नूं ठहरा, ना अपनी बरादरी नूं ठहरा। जे तू दोषी ठहराना है अपने आप नूं ठहरा, किसे नूं ना। दद्दा दोष ना देऊं किसै, दोष कर्मा अपने। जो मैं किया सो मैं पाया, दोष ना दीजै अवरजना। किसी होर नूं दोष देने की लोड़ नहीं। आ दुनिया ते विभिन्न प्रकार के वायरस तुरे, एक इकल्ला वायरस नहीं, किन्ने ही वायरस ने तुरे फिरदे ने। इहदा दोष किहनूं देवांगे? अपने मनुखा नूं। मनुख दे माड़े कर्मां ने, माड़ी सोच ने, चारां दी माड़ी सोच ने, दसां दी माड़ी सोच ने पूरे पिंड नूं वक्त पा दिता जाता है। याद रखना, कुछ % लोग दुनिया दे माड़े हुंदे ने, सारी दुनिया नूं वक्त पा दिंदे ने। गेहूं दे नाल घुण भी पिसदा है। पर जेड़े दुनियावी तौर ते परमात्मा नूं मनण वाले हुंदे ने, वो ये गल कहिंदे ने असीं पिस नहीं, ये भी उहदी मर्जी होएगी। उहदी मर्जी क्यों एवें है ये रब जाणदा है। ये परमात्मा की की मर्जी है, क्यों एवें दुनिया का हाल है, उहदी मर्जी है, ये बारे वही जानता है। आओ हुण जिवें कल आपां कथा आरंभ छड्डी सी, जिथे कल समाप्ति कीती सी, उत्थों ही आरंभता करते हाँ। भाई बहलो जी जिन्होंने सतगुरु जी महाराज वास्ते महाराज का संदेशा लैके सिख उन्हों के घर गया है। भाई बहलो सखी सरवर पीर के उपासक ने, उत्थे ही जाते ने। महाराज कहते ने असी कई जन्मां तो लगातार ही हाँ। जिवें उसनूं जाके सिख दसदे ने, जिवें अगे कथा चलती है, बड़े प्रेम सत्कार नाल श्रवण करिए। आरंभ करन तो पहला सतगुरु जी महाराज दे वल्लों बख्शे हुए पावन गुरमंत्र नाल सांझ पाइए। सतनाम श्री वाहे गुरु साहिब जी,
सतनाम श्री वाहेगुरु साहिब जी। तू गुर घर को दास सदीवा, सेवा करत महा मन नीवा। महाराज जी भाई बहलो ਨੂੰ ਪਿਛਲੇ ਜਨਮ ਦੀ ਯਾਦ ਕਰਾਉਂਦੇ ਨੇ। ਕਹਿੰਦੇ ਭਾਈ ਤੂੰ ਤੇ ਗੁਰੂ ਘਰ ਦਾ ਸੇਵਕ ਸੀ ਤੇ ਸਦਾ ਹੀ ਆਪਣਾ ਮਨ ਨੀਵਾ ਕਰਕੇ ਸੇਵਾ ਕਰਿਆ ਕਰਦਾ ਸੀ। जह जह भा अवतार हमारा, तहाँ तहाँ तै साथ संभारा। ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਜਿੱਥੇ ਵੀ ਸਾਡਾ ਅਵਤਾਰ ਹੋਇਆ ਹੈ ਉੱਥੇ ਉੱਥੇ ਨਾਲ ਨਾਲ ਹੀ ਤੁਸੀਂ ਅਵਤਾਰ ਲਿਆ ਹੈ। जन्म मरण को कष्ट मिटाए, समा भयो प्राप्त अब आए। ਸਤਿਗੁਰੂ ਜੀ ਕਹਿੰਦੇ ਜਨਮ ਤੇ ਮਰਨ ਦਾ ਕਸ਼ਟ ਮਿਟਾਉਣ ਦਾ ਹੁਣ ਸਮਾਂ ਆ ਗਿਆ ਹੈ। ਭਾਈ ਬਹਿਲੋ ਜੀ ਜੋ ਤੁਹਾਡੀ ਕਾਰ ਹੈ ਉਹ ਸਫਲ ਹੋ ਚੁੱਕੀ ਹੈ। जन्म अनेक जन्म में काली काल, तिसको फल अब मिलह विसाल। ਅਨੇਕਾਂ ਜਨਮਾਂ ਦੇ ਵਿੱਚ ਜਿਹੜੀ ਘਾਲਣਾ ਕਮਾਈ ਹੈ ਉਹਦਾ ਹੁਣ ਫਲ ਮਿਲਣ ਦਾ ਟਾਈਮ ਆ ਗਿਆ। ਸਾਧ ਸੰਗਤ ਇਹ ਜ਼ਰੂਰੀ ਨਹੀਂ ਮਨੁੱਖ ਦਾ ਜਨਮ ਤੇ ਮਰਨ ਉਸ ਨੂੰ ਸੋਝੀ ਇਸੇ ਜਨਮ ਵਿੱਚ ਆਏ, ਇਹ ਜ਼ਰੂਰੀ ਨਹੀਂ ਹੈ। ਔਰ ਕੋਈ ਮਨੁੱਖ ਪਹਿਲੀ ਵਾਰੀ ਵੀ ਇਹ ਦੁਨੀਆ ਤੇ ਨਹੀਂ ਆਇਆ, ਇਹ ਬਾਰ-ਬਾਰ ਆਇਆ ਹੈ, ਪਤਾ ਨਹੀਂ ਕਿੰਨੀ ਵਾਰੀ ਆ ਚੁੱਕਿਆ। ਜੈਸੇ ਜੈਸੇ ਇਹਦੇ ਕਰਮ ਹੁੰਦੇ ਨੇ ਵੈਸਾ ਵੈਸਾ ਇਹਨੂੰ ਸਰੀਰ ਮਿਲਦਾ ਹੀ ਰਹਿੰਦਾ ਹੈ। ਇਸ ਕਰਕੇ ਜਦੋਂ ਸਰੀਰ ਨਸ਼ਟ ਹੁੰਦਾ ਹੈ ਉਹਦੇ ਨਾਲ ਸੰਸਕਾਰ ਨਸ਼ਟ ਨਹੀਂ ਹੁੰਦੇ। ਤਾਂ ਹੀ ਕਰਕੇ ਤਕਰੀਬਨ ਦੁਨੀਆ ਦੇ 2-3 ਧਰਮਾਂ ਨੂੰ ਛੱਡ ਕੇ ਸਾਰੇ ਧਰਮ ਇਹੀ ਗੱਲ ਕਰਦੇ ਨੇ ਸਰੀਰ ਦੇ ਮਿਟਣ ਦੇ ਨਾਲ ਸੰਸਕਾਰ ਨਹੀਂ ਮਿਟਣੇ। ਬਾਣੀ ਬਾਰ-ਬਾਰ ਇਹ ਗੱਲ ਕਹਿੰਦੀ ਜਿਸ ਦਿਨ ਸਰੀਰ ਪੂਰਾ ਹੋਣਾ ਹੈ ਉਸ ਦੇ ਨਾਲ ਸੰਸਕਾਰ ਨਹੀਂ ਪੂਰੇ ਹੋ ਜਾਣੇ। ਮਨੁੱਖ ਦੇ ਅੰਦਰ ਜਿੰਨੇ ਸੰਸਕਾਰ ਨੇ ਜਿੱਥੇ ਰੁਕ ਜਾਣਗੇ ਵੈਸਾ ਹੀ ਉਹਦਾ ਜਨਮ ਅੱਗੋਂ ਸ਼ੁਰੂ ਹੋ ਜਾਏਗਾ। ਇਹਨੂੰ ਤੁਸੀਂ ਕਰਮ ਫਿਲੋਸਫੀ ਕਹੋ ਜਾਂ ਬਾਣੀ ਇਹ ਕਹਿੰਦੀ ਹੈ ਕਰ ਕਰ ਕਰਨਾ ਲਿਖ ਲਹਿ ਜਾਓ, ਆਪੇ ਬੀਜ ਆਪੇ ਹੀ ਖਾਓ। ਨਾਨਕ ਹੁਕਮੀ ਆਵ ਹੋ ਜਾਓ। ਇਹ ਜਿਹੜੀ ਦੁਨੀਆ ਅਸੀਂ ਵੇਖ ਰਹੇ ਹਾਂ ਇਹਦੇ ਵਿੱਚ ਇੱਕ ਹੁਕਮ ਹੈ। ਇਹਨੂੰ ਲੋਕੀ ਨਿਯਮ ਕਹਿ ਦਿੰਦੇ ਨੇ, ਧਰਮ ਕਹਿ ਦਿੰਦੇ ਨੇ, ਕੁਝ ਵੀ ਇਹਨੂੰ ਕਹਿ ਲਈਏ। ਭਾਵ ਉਸ ਹੁਕਮ ਦੇ ਅਧੀਨ ਹੀ ਜੋ ਅਸੀਂ ਕਰਮ ਕਰਦੇ ਹਾਂ ਉਹਦੇ ਅਨੁਸਾਰ ਸਾਡੀ ਪ੍ਰਲਬਧ ਬਣਦੀ ਹੈ, ਉਹਦੇ ਅਨੁਸਾਰ ਹੀ ਸਾਨੂੰ ਸੋਝੀ ਹੁੰਦੀ ਹੈ। ਦੁੱਖ ਤੇ ਸੁੱਖ ਉਹਦੇ ਵਿੱਚ ਹੀ ਮਿਲਦੇ ਨੇ। ਆਪ ਜੀ ਸਤ ਸੰਗਤ ਵਿੱਚ ਆਉਂਦੇ ਹੋ, ਉਹ ਹੁਕਮ ਦੇ ਅਨੁਸਾਰ ਆਪ ਜੀ ਦੀ ਪ੍ਰਲਬਧ ਵਿੱਚ ਬਦਲਾਅ ਆ ਜਾਏਗਾ। ਜਿੰਨੇ ਆਪ ਇੱਥੇ ਬੈਠੇ ਹੋ ਰੋਜ਼ ਰੋਜ਼ ਆਓਗੇ, ਲਗਾਤਾਰ ਹੌਲੀ 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 ਸੋਝੀ ਹੋਣੀ ਸ਼ੁਰੂ ਹੋ ਜਾਏਗੀ। ਪਹਿਲੇ ਦਿਨ ਤੇ ਸੋਝੀ ਨਹੀਂ ਆਏਗੀ ਕਿਉਂਕਿ ਇੰਨੀ ਪ੍ਰਲਬਧੀ ਨਹੀਂ ਹੈ। ਗੱਲ ਸਿੱਧੀ ਦੀ ਸਿੱਧੀ ਅੰਦਰ ਸਮਝ ਆ ਜਾਏ। ਮੈਂ ਫਿਰ ਬੇਨਤੀ ਕਰਾਂਗਾ ਕਿਉਂਕਿ ਗੁਰੂ ਦੀ ਬਾਣੀ ਪ੍ਰਲਬਧ ਦੇ ਅਨੁਸਾਰ ਹੀ ਅੰਦਰ ਟਿਕਦੀ ਹੈ। ਜਿੰਨੀ ਕੁ ਮਨੁੱਖ ਦਾ ਕਟੋਰਾ ਹੈ, ਪਾਤਰਤਾ ਹੈ, ਉਨੀ ਕੀ ਗੱਲ ਉਹਦੇ ਵਿੱਚ ਆਏਗੀ। ਇਹ ਹੋ ਸਕਦਾ ਹੈ ਮਨੁੱਖ ਦਾ ਹਜੇ ਕਟੋਰਾ ਹੀ ਛੋਟਾ ਹੋਵੇ। ਜਿੰਨਾ ਕਿ ਇਹਦਾ ਸਮਝ ਦਾ ਪਿਆਲਾ ਹੈ ਉਨੀ ਕੀ ਗੱਲ ਇਹਦੇ ਸਮਝ ਵਿੱਚ ਆਏਗੀ। ਉਤਨਾ ਹੀ ਵੱਡਾ ਉਹ ਧਰਮ ਨੂੰ ਵੱਡੇਗਾ, ਉਤਨਾ ਹੀ ਵੱਡਾ ਉਹ ਪਰਮਾਤਮਾ ਨੂੰ ਮੰਨੇਗਾ। ਮੈਂ ਇੱਕ ਬੇਨਤੀ ਹੋਰ ਕਰਾਂ, ਜਿੰਨੀ ਕੁ ਮਨੁੱਖ ਦੀ ਸਮਝ ਹੈ ਉਤਨਾ ਕੀ ਵੱਡਾ ਪਰਮਾਤਮਾ ਹੈ ਉਹਦੇ ਵਾਸਤੇ। ਕਿਸੇ ਵਾਸਤੇ ਤੇ ਪਰਮਾਤਮਾ ਸਭ ਕੁਝ ਕਰ ਰਿਹਾ ਹੈ, ਕਿਸੇ ਵਾਸਤੇ ਇੰਨਾ ਕੀ ਹੈ ਕਿ ਪਰਮਾਤਮਾ ਨੇ ਦੁਨੀਆ ਸਾਜੀ ਹੈ, ਜੀਵਾਂ ਨੂੰ ਚੰਗੇ ਮਾੜੇ ਕਰਮਾਂ ਦੀ ਸਜ਼ਾ ਦੇ ਰਿਹਾ। ਜਿੰਨੀ ਜਿੰਨੀ ਮਨੁੱਖ ਦੀ ਸੋਚ ਹੈ ਉਨਾ ਕੁ ਵੱਡਾ ਪਰਮਾਤਮਾ ਹੈ ਉਹਦੇ ਵਾਸਤੇ। ਮਨੁੱਖ ਦੇ ਸੰਸਕਾਰ ਬਣੇ ਨੇ
ਆਪਾਂ ਇਸ ਜਨਮ ਵਿੱਚ ਬੈਠੇ ਹਾਂ। ਹੋ ਸਕਦਾ ਹੈ ਜਿੰਨੇ ਕੁ ਹੁਣ ਸੰਸਕਾਰ ਨੇ, ਜਿਵੇਂ ਇਸ ਜਨਮ ਨੂੰ ਛੱਡਾਂਗੇ, ਜਿੱਥੇ ਜਾ ਕੇ ਸੁਰਤ ਰੁਕ ਜਾਏਗੀ, ਉੱਥੋਂ ਅਗਲਾ ਜਨਮ ਫਿਰ ਸ਼ੁਰੂ ਹੋ ਜਾਏਗਾ। ਉੱਥੋਂ ਬਾਣੀ ਕਹਿੰਦੀ ਕਰ ਕਰ ਕਰਨਾ, ਜੋ ਅਸੀਂ ਵੇਖ ਰਹੇ ਹਾਂ, ਜੋ ਸੁਣ ਰਹੇ ਹਾਂ, ਜੋ ਬੋਲ ਰਹੇ ਹਾਂ, ਉਹ ਲਿਖਿਆ ਜਾਂਦਾ ਹੈ। ਕਿੱਥੇ ਲਿਖਿਆ ਜਾਂਦਾ ਹੈ? ਮਨੁੱਖ ਦੇ ਅੰਤਸ਼ਕਰਣ ਦੇ ਅੰਦਰ। ਜੋ ਆਪ ਸਾਰਾ ਦਿਨ ਸੁਣਦੇ ਹੋ, ਜੋ ਬੋਲਦੇ ਹੋ, ਜੋ ਸੁਣਦੇ ਹੋ, ਉਹ ਸਾਰਾ ਕੁਝ ਲਿਖਿਆ ਜਾਂਦਾ ਹੈ। ਉਸ ਦੇ ਅਨੁਸਾਰ ਹੀ ਮਨੁੱਖ ਦੀ ਜਿਹੜੀ ਸੁਰਤ ਹੈ ਉਹ ਕੰਮ ਕਰਦੀ ਹੈ। ਤਾਂ ਹੀ ਬਾਣੀ ਕਹਿੰਦੀ ਸੋ ਕਿਛ ਕਰ ਜਿਤ ਮੈਲ ਨਾ ਲੱਗਿਆ। ਕਹਿੰਦੇ ਮਨੁੱਖ ਉਹ ਵਾਲਾ ਕੰਮ ਕਰ ਜਿਹਦੇ ਨਾਲ ਮੈਲ ਨਾ ਲੱਗੇ। ਕਿੱਥੇ? ਅੰਤਸ਼ਕਰਨ 'ਚ ਮੈਲ ਨਾ ਲੱਗੇ। ਹਰ ਕੀਰਤਨ ਮਹਿ ਇਹੋ ਮਨ ਜਾਗੈ। ਹਰੀ ਦੇ ਕੀਰਤਨ ਵਿੱਚ ਇਹ ਮਨ ਜਾਗ ਜਾਂਦਾ ਹੈ। ਪਰਮਾਤਮਾ ਦੀ ਜਿਵੇਂ ਜਿਵੇਂ ਸਿਫਤ ਸਲਾਹ ਕਰਾਂਗੇ, ਦੁਨੀਆ ਹੋਰ ਪ੍ਰਕਾਰ ਦੀ ਲੱਗਣੀ ਸ਼ੁਰੂ ਹੋ ਜਾਏਗੀ। ਜੈਸੀ ਦੁਨੀਆ ਅੱਜ ਲੱਗ ਰਹੀ ਹੈ, ਐਸੀ ਨਹੀਂ ਹੈ। ਜਦੋਂ ਤਾਈਂ ਗਿਆਨ ਨਹੀਂ ਹੋਇਆ, ਦੁਨੀਆ ਕੁਝ ਹੋਰ ਤਰੀਕੇ ਦੀ ਲੱਗਦੀ ਹੈ। ਜਦੋਂ ਗਿਆਨ ਹੋ ਜਾਏਗਾ, ਫਿਰ ਦੁਨੀਆ ਹੋਰ ਤਰੀਕੇ ਦੀ ਲੱਗੇਗੀ। ਦੁਨੀਆ ਇਹ ਹੀ ਰਹੇਗੀ, ਅੱਖਾਂ ਵੀ ਇਹ ਹੀ ਰਹਿਣਗੀਆਂ, ਸਮਝ ਇਹ ਨਹੀਂ ਰਹੇਗੀ। ਇਸ ਕਰਕੇ ਜਿਹੜੇ ਭਗਤ ਹੁੰਦੇ ਨੇ ਤੇ ਜਿਹੜੇ ਭਗਤ ਨਹੀਂ ਹੁੰਦੇ, ਉਹਨਾਂ ਵਿੱਚ ਇੱਕੋ ਹੀ ਫਰਕ ਹੁੰਦਾ ਹੈ। ਬ੍ਰਹਮ ਗਿਆਨੀ ਦੀ ਸਮਝ ਬੜੀ ਅੱਗੇ ਨਿਕਲ ਜਾਂਦੀ ਹੈ, ਬਹੁਤ ਡੂੰਘੀ ਨਿਕਲ ਜਾਂਦੀ ਹੈ। ਫਿਰ ਦੁਨੀਆ ਦੇ ਨਾਲ ਉਹਦਾ ਤਾਲਮੇਲ ਨਹੀਂ ਪੈਂਦਾ। ਕਿਉਂ? ਦੁਨੀਆ ਦੀ ਸਮਝ ਬੜੀ ਛੋਟੀ ਹੁੰਦੀ ਹੈ। ਜਿਵੇਂ ਇੱਕ 80 ਸਾਲ ਦੇ ਬਜ਼ੁਰਗ ਦਾ ਤੇ ਇੱਕ 15 ਸਾਲ ਦੇ ਬੱਚੇ ਦਾ ਅੱਖਾਂ ਕਰਕੇ ਦੇ ਇੱਕ ਜਿਹੋ ਜਿਹੇ ਨੇ, ਸਰੀਰ ਦੀ ਬਣਤਰ ਦੋਵਾਂ ਦੀ ਇੱਕ ਜੈਸੀ ਹੈ, ਸਮਝ ਦੋਵਾਂ ਦੀ ਇੱਕ ਵਰਗੀ ਨਹੀਂ ਹੈ। ਇਸ ਕਰਕੇ ਬੱਚੇ ਦਾ ਤੇ ਇੱਕ ਬਜ਼ੁਰਗ ਦਾ ਕਦੇ ਮੇਲ ਨਹੀਂ ਪੈਂਦਾ। ਬਾਣੀ ਇਹੋ ਜਿਹੀ ਯਾਰੀ ਨੂੰ ਪਤਾ ਕੀ ਕਹਿੰਦੀ ਹੈ? ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਥੇ ਹੋ। ਜਿਵੇਂ ਪਾਣੀ ਵਿੱਚ ਲਕੀਰ ਖਿੱਚੋਗੇ ਨਾ, ਉਹ ਲਕੀਰ ਦਾ ਕੋਈ ਥਾਂ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਸਮਝ ਦਾ ਫਰਕ ਹੈ। ਜਿੱਥੇ ਸਮਝ ਰੁਕ ਜਾਏਗੀ, ਉੱਥੋਂ ਹੀ ਫਿਰ ਸ਼ੁਰੂ ਹੋ ਜਾਏਗਾ ਜਨਮ। ਕਈ ਜਨਮ ਲੱਗਦੇ ਨੇ, ਫਿਰ ਜਾ ਕੇ ਸੁਰਤ ਪਰਮਾਤਮਾ ਦੇ ਸ਼ਬਦ ਵਿੱਚ ਮਿਲ ਜਾਂਦੀ ਹੈ। ਕਈ ਜਨਮ, ਕਈ ਜਨਮਾਂ ਬਾਅਦ ਇਹ ਜਨਮ ਮਿਲਦਾ ਹੈ। ਜੇ ਇਹਦੇ ਵਿੱਚ ਜੁੜ ਗਈ ਠੀਕ ਹੈ, ਜੇ ਥੋੜੀ ਜਿਹੀ ਕਸਰ ਰਹਿ ਵੀ ਗਈ, ਅਗਲਾ ਜਨਮ ਮਿਲ ਜਾਏਗਾ। ਕਈ ਵਾਰੀ ਆਪ ਜੀ ਨੇ ਵੇਖਿਆ ਹੋਏਗਾ, ਕਈ ਬੱਚੇ ਜਨਮ ਤੋਂ ਹੀ ਸਿਆਣੇ ਹੁੰਦੇ ਨੇ, ਸਮਝਦਾਰ ਹੁੰਦੇ ਨੇ, ਜਨਮ ਤੋਂ ਹੀ ਪਰਮਾਤਮਾ ਦੀ ਰੁਚੀ ਵਾਲੇ ਹੁੰਦੇ ਨੇ, ਉਹਦੇ ਪ੍ਰੇਮ ਵਾਲੇ ਹੁੰਦੇ ਨੇ ਜਨਮ ਤੋਂ ਹੀ। ਕਾਰਨ ਕੀ ਹੈ? ਪਿਛਲੇ ਜਨਮ ਦੀ ਕੋਈ ਬੰਦਗੀ ਹੈ ਉਹਨਾਂ ਦੀ। ਕਈ ਜਨਮ ਤੋਂ ਹੀ ਬੜੇ ਮਾੜੇ ਹੁੰਦੇ ਨੇ, ਗਾਲਾਂ ਕੱਢਣੀਆਂ, ਬਹੁਤ ਸ਼ਰਾਰਤਾਂ ਕਰਨੀਆਂ, ਇਸ ਪ੍ਰਕਾਰ ਦੇ ਹੁੰਦੇ ਨੇ। ਕਾਰਨ ਕੀ? ਪਿਛਲੇ ਜਨਮ ਦੀ ਉਹਨਾਂ ਦੀ ਪ੍ਰਲਬਧ ਅੱਗੇ ਆ। ਅੱਜ ਵੀ ਇੱਕ ਥਾਂ ਦੱਸ ਰਿਹਾ ਸੀ, ਮਸਕੀਨ ਜੀ ਨੂੰ ਕਹਿਣ ਲੱਗੇ, ਕਹਿੰਦੇ ਤੁਸੀਂ ਕਹਿੰਦੇ ਹੋ ਕਰਮਾਂ ਦੀ ਗੱਲ ਹੈ। ਕਹਿੰਦੇ ਮੈਂ ਇੰਗਲੈਂਡ ਕਥਾ ਕੀਤੀ। ਮਸਕੀਨ ਜੀ ਕਹਿਣ ਲੱਗੇ 10 ਦਿਨ ਕਰਮਾਂ 'ਤੇ ਹੀ ਗੱਲ ਕੀਤੀ। ਕਹਿੰਦੇ ਇੱਕ ਕੋਈ ਸੰਗਤ ਦੇ ਵਿੱਚੋਂ ਹੀ ਸੀ, ਇੱਕ ਬੱਚੇ ਨੂੰ, ਅਪਾਹਿਜ ਬੱਚਾ ਸੀ, ਲੈ ਕੇ ਮੇਰੇ ਕੋਲ ਆ ਗਏ। ਕਹਿੰਦੇ ਤੁਸੀਂ ਕਹਿੰਦੇ ਹੋ ਕਰਮਾਂ ਦਾ ਹੀ ਕੀਤਾ ਮਿਲਦਾ ਹੈ, ਆ ਛੋਟਾ ਜਿਹਾ ਬੱਚਾ, ਇਹਨੇ ਕਿਹੜੇ ਕਰਮ ਕੀਤੇ ਨੇ? ਅਪਾਹਿਜ ਜੰਮਿਆ ਹੈ, ਇਹਨੇ ਪਹਿਲਾਂ ਕਿਹੜੇ ਕਰਮ ਕਰ ਲਏ? ਇਹਦਾ ਜਨਮ ਹੀ ਅਪਾਹਿਜ ਹੋਇਆ, ਇਹਦੇ ਕੀ ਕਰਮ ਨੇ? ਮਸਕੀਨ ਜੀ ਕਹਿੰਦੇ ਨੇ ਤੁਸੀਂ ਇਹ ਹੀ ਕਰਮ ਵੇਖਿਆ ਹੈ ਇਹਦਾ, ਤੁਸੀਂ ਤੇ ਇਹਨੂੰ ਹੁਣੀ ਵੇਖਿਆ ਹੈ। ਯਾਦ ਰੱਖਣਾ, ਇਹਦੀ ਕਰਮਾਂ ਦੀ ਡੋਰੀ ਬੜੀ ਪੁਰਾਣੀ ਹੈ। ਇਹਦੇ ਕਰਮ ਹੀ ਸੀ ਇਹਨੂੰ ਜਨਮ ਅਪਾਹਿਜ ਦਾ ਮਿਲਿਆ, ਤਾਂ ਹੀ ਤੇ ਅਪਾਹਿਜ ਹੋਇਆ ਹੈ। ਕਈ ਵਾਰੀ ਮਨੁੱਖ ਐਸਾ ਵੀ ਹੁੰਦਾ, ਜ਼ਿੰਦਗੀ ਵਿੱਚ ਚੱਲਦਾ ਰਹਿੰਦਾ ਹੈ, 40-45 ਸਾਲ 'ਚ ਜਾ ਕੇ ਐਕਸੀਡੈਂਟ ਹੋ ਗਿਆ, ਲੱਤਾਂ ਬਾਹਾਂ ਵੱਡੀਆਂ ਗਿਆ, ਅਪਾਹਿਜ ਹੋ ਗਿਆ। ਆਪ ਜੀ ਕਹੋਗੇ ਇਹ ਕੀ ਹੈ? ਇਹ ਉਹਦਾ ਕਰਮ ਹੈ, ਆਗੇ ਅੱਗੇ। ਇਸ ਕਰਕੇ ਕਰਮ ਦਾ ਰਿਜ਼ਲਟ ਮਨੁੱਖ ਨੂੰ ਜ਼ਰੂਰ ਮਿਲਦਾ ਹੈ। ਮਿਲੇਗਾ ਕਦੋਂ ਇਹ ਨਹੀਂ ਪਤਾ। ਉਹ ਕਹਿੰਦੇ ਹਨ ਇਹਦਾ ਇਹ ਕਰਮ ਹੈ ਤਾਂ ਇਹਨੂੰ ਅਪਾਹਿਜ ਜਨਮ ਮਿਲਿਆ।
ਤੁਹਾਡੇ ਇਹਦੇ ਨਾਲ ਸੰਬੰਧ ਨੇ, ਕਰਮ ਨੇ, ਤੁਹਾਡੇ ਇਹਦੇ ਨਾਲ ਜੁੜੇ ਹੋਏ ਨੇ, ਤਾਂ ਇਹ ਤੁਹਾਡੇ ਘਰ ਵਿੱਚ ਆਇਆ ਹੈ। ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ, ਭਾਈ ਬਹਿਲੋ, ਕਈ ਜਨਮ ਤੂੰ ਭਟਕ ਕੇ ਆਇਆ ਹੈ, ਹੁਣ ਤੇਰਾ ਸਮਾਂ ਆ ਗਿਆ ਹੈ, ਤੇਰੀ ਹੁਣ ਪ੍ਰਲਬਧ ਜਾਗ ਗਈ ਹੈ, ਤੇਰਾ ਹੁਣ ਭਲਾ ਹੋ ਸਕਦਾ ਹੈ। ਜਿਸ ਅੰਮ੍ਰਿਤ ਕੋ ਜਾਚਤ ਜਪੈ, ਸਮਾ ਜਾਣ ਪ੍ਰਾਪਤ ਸੋਵੈ। ਕਹਿੰਦੇ ਜਿਸ ਅੰਮ੍ਰਿਤ ਨੂੰ ਤੁਸੀਂ ਉਸ ਸਮੇਂ ਮੰਗਦੇ ਸੀ, ਹੁਣ ਸਮਾਂ ਆ ਗਿਆ ਹੈ, ਉਹ ਅੰਮ੍ਰਿਤ ਤੂੰ ਲੈ ਲੈ। ਕਿਉਂਕਿ ਜਿਹੜਾ ਅੰਮ੍ਰਿਤ ਹੈ, ਜੋ ਗਿਆਨ ਹੈ, ਹਰੇਕ ਕਿਸੇ ਦੇ ਅੰਦਰ ਨਹੀਂ ਟਿਕ ਸਕਦਾ। ਬਾਣੀ ਦਾ ਆਪ ਜੀ ਕਹੋਗੇ, ਬਾਣੀ ਦੀ ਸਮਝ ਆ ਸਕਦੀ ਹੈ, ਬਾਣੀ ਦਾ ਅਨੁਭਵ ਕਿਸੇ ਹਰੇਕ ਹਿਰਦੇ 'ਚ ਹੁੰਦਾ ਨਹੀਂ। ਜਿੰਨਾ ਹਿਰਦਾ ਨਿਰਮਲ ਹੋਏਗਾ, ਉਨਾ ਹੀ ਸੂਝਵਾਨ ਹੋਏਗਾ। ਜਿੰਨਾ ਮਨੁੱਖ ਦਾ ਹਿਰਦਾ ਨਿਰਮਲ ਹੁੰਦਾ ਜਾਏਗਾ, ਮੈਲ ਖਤਮ ਹੋ ਜਾਂਦੀ ਜਾਏਗੀ, ਉਨਾ ਹੀ ਸਮਝਦਾਰ ਹੁੰਦਾ ਜਾਏਗਾ, ਉਨੀ ਦੁਨੀਆ ਦੀ ਸੂਝ ਲੱਗਦੀ ਜਾਏਗੀ। ਜਿੰਨਾ ਵਕਾਰੀ ਹੁੰਦਾ ਜਾਏਗਾ, ਉਨਾ ਰੱਬ ਤੋਂ ਦੂਰ ਹੁੰਦਾ ਜਾਏਗਾ, ਉਨਾ ਜ਼ਿਆਦਾ ਚਲਾਕ ਹੁੰਦਾ ਜਾਏਗਾ। ਫਿਰ ਮਨੁੱਖ ਕੋਲ ਇੰਨੀ ਤੇ ਚਲਾਕੀ ਆ ਜਾਂਦੀ ਹੈ, ਦੂਜੇ ਨੂੰ ਲੁੱਟਣਾ ਕਿਵੇਂ ਹੈ, ਇੰਨੀ ਤੇ ਚਲਾਕੀ ਆ ਜਾਏਗੀ। ਪਰ ਇਹਦਾ ਅੰਤਸ਼ਕਰਨ ਰੋਜ਼-ਰੋਜ਼ ਮੈਲਾ ਹੋ ਜਾਏਗਾ, ਰੋਜ਼ ਦੀ ਰੋਜ਼ ਦੁੱਖਾਂ ਤੇ ਤਕਲੀਫਾਂ ਵਿੱਚ ਹੀ ਜ਼ਿੰਦਗੀ ਚੱਲ ਪੈਂਦੀ ਹੈ। ਇਮ ਸੁਣ ਕੇ ਸਿੱਖ ਪੁਨੈ ਸਿੰਧਾਇਓ, ਸ੍ਰੀ ਗੁਰ ਕੋ ਫੁਰਮਾਨ ਬਤਾਇਓ। ਇਹ ਸੁਣ ਕੇ ਜਿਹੜਾ ਸਿੱਖ ਹੈ ਦੁਬਾਰਾ ਚਲਾ ਗਿਆ ਤੇ ਭਾਈ ਬਹਿਲੋ ਜੀ ਨੂੰ ਜਾ ਕੇ ਗੁਰੂ ਸਾਹਿਬ ਜੀ ਦਾ ਫੁਰਮਾਨ ਦੱਸਿਆ ਹੈ। ਅਨਕ ਜਨਮ ਕੋ ਮੇਲੀ ਹੈ, ਮੁਕਤ ਹੋਣ ਕੋ ਜਾਚਤ ਰਹਿ। ਸਤਿਗੁਰੂ ਜੀ ਕਹਿੰਦੇ, ਤੂੰ ਅਨੇਕਾਂ ਜਨਮਾਂ ਦਾ ਸਾਡਾ ਮੇਲੀ ਹੈ, ਤੇਰਾ ਹੁਣ ਮੁਕਤੀ ਦਾ ਸਮਾਂ ਆ ਗਿਆ ਹੈ। ਜਿੰਨੇ ਆਪ ਜੀ ਨੇ ਕਰਮ ਕੀਤੇ ਨੇ, ਕਿਉਂਕਿ ਕਰਮਾਂ ਦੇ ਨਾਲ ਕਦੀ ਵੀ ਮੁਕਤੀ ਨਹੀਂ ਮਿਲਦੀ ਹੁੰਦੀ। ਕਰਮ ਦਾ ਫਲ ਕੀ ਹੈ? ਬਾਹਰ ਦਾਨ ਅਸੀਂ ਕਰਦੇ ਹਾਂ, ਬਾਹਰੀ ਤੌਰ ਤੇ ਗੁਰਦੁਆਰੇ ਮੱਥਾ ਟੇਕ ਰਹੇ ਹਾਂ, ਇਹ ਕਰਮ ਨੇ। ਕਿਤੇ ਜਾ ਕੇ ਲੰਗਰ ਲਗਾ ਰਹੇ ਹਾਂ, ਇਹ ਕਰਮ ਨੇ। ਝਾੜੂ ਫੇਰ ਰਹੇ ਹਾਂ, ਇਹ ਕਰਮ ਨੇ। ਇਹਨਾਂ ਕਰਮਾਂ ਦਾ ਫਲ ਕੀ ਹੈ? ਬਾਣੀ ਕਹਿੰਦੀ ਇਹਨਾਂ ਕਰਮਾਂ ਦਾ ਫਲ ਇਹ ਹੈ, ਬੰਧਨ ਕੱਟੇ ਜਾਣਗੇ, ਇਹਨਾਂ ਦਾ ਮੁਕਤੀ ਨਹੀਂ ਮਿਲੇਗੀ। ਕਰਮ ਦਾ ਫਲ ਕੀ ਹੈ? ਸਵਰਗ ਮਿਲ ਜਾਏਗਾ। ਕਰਮ ਦਾ ਕੋਈ ਫਲ ਮਿਲੇਗਾ ਜ਼ਰੂਰ। ਕਰਮ ਦਾ ਫਲ ਕਰਮ ਹੋ ਜਾਏਗਾ। ਕਰਮ ਅੱਜ ਕੀਤੇ ਨੇ, ਉਹਨਾਂ ਦਾ ਫਲ ਕੀ ਹੋ ਜਾਏਗਾ? ਅੱਜ ਕੋਈ ਨਾਮ ਜਪਿਆ ਹੈ, ਦੁਨਿਆਵੀ ਤੌਰ ਤੇ ਦਾਨ ਕੀਤਾ ਹੈ, ਇਹਦੇ ਨਾਲ ਕੀ ਹੋ ਜਾਏਗਾ? ਮਨੁੱਖ ਦੀ ਜ਼ਿੰਦਗੀ ਵਿੱਚ ਸੁੱਖ ਆ ਜਾਏਗਾ, ਆਰਥਿਕ ਤੌਰ ਤੇ ਥੋੜਾ ਜਿਹਾ ਮਜ਼ਬੂਤ ਹੋ ਜਾਏਗਾ, ਇਹ ਚੀਜ਼ਾਂ ਬਣ ਜਾਣਗੀਆਂ। ਕਰਮ ਦਾ ਫਲ ਇਹ ਮਿਲੇਗਾ। ਪਰ ਕਰਮਾਂ ਦੇ ਨਾਲ ਕਦੀ ਮੁਕਤੀ ਨਹੀਂ ਹੈ। ਬਾਣੀ ਕਹਿੰਦੀ ਫਿਰ ਮੁਕਤੀ ਕੀ ਹੈ? ਮਹਾਰਾਜ ਕਹਿੰਦੇ ਨੇ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਗੋਬਿੰਦ ਦੇ ਜਦੋਂ ਗੁਣ ਗਾਵਾਂਗੇ, ਉਹ ਗੁਣ ਅੰਤਸ਼ਕਰਨ ਨੂੰ ਨਿਰਮਲ ਕਰਦੇ ਜਾਣਗੇ ਤੇ ਮਨੁੱਖ ਅੰਤ ਦੇ ਵਿੱਚ ਆਪਣੀ ਹਉਮੈ ਨੂੰ ਗਵਾ ਕੇ ਪਰਮੇਸ਼ਰ ਦੇ ਸਰੂਪ ਵਿੱਚ ਇੱਕਮਿਕ ਹੋ ਜਾਂਦਾ ਹੈ। ਸੋ ਅਬ ਸਮਾਂ ਪਹੁੰਚਿਓ ਆਏ, ਗੁਰ ਢਿਗ ਚਲੋ ਲਿਓ ਸੋ ਪਾਏ। ਸਤਿਗੁਰੂ ਜੀ ਕਹਿੰਦੇ ਹੁਣ ਉਹ ਸਮਾਂ ਆ ਗਿਆ ਹੈ, ਤੁਸੀਂ ਗੁਰੂ ਦੇ ਕੋਲ ਚੱਲੋ ਤੇ ਉਸ ਨੂੰ ਪ੍ਰਾਪਤ ਕਰ ਲਵੋ। ਮੈਨੂੰ ਕਈ ਵਾਰੀ ਸਮਾਂ ਯਾਦ ਆਉਂਦਾ ਹੈ। ਬਹੁਤ ਲੋਕ ਇਹ ਗੱਲ ਕਹਿੰਦੇ ਨੇ ਜਿਵੇਂ ਇਹ ਸਮਾਂ ਹੈ ਕਰੋਨੇ ਦਾ। ਉਹ ਕਹਿੰਦੇ ਇਹਦੇ ਵਿੱਚ ਪ੍ਰੀਕਾਸ਼ਨਸ ਰੱਖਣੀਆਂ ਚਾਹੀਦੀਆਂ ਨੇ। ਮੂੰਹ ਦੇ ਉੱਤੇ ਰੁਮਾਲ ਰੱਖਣਾ ਹੈ, ਮਾਸਕ ਲਾਉਣਾ ਹੈ, ਇਹ ਪ੍ਰੀਕਾਸ਼ਨ ਰੱਖਣੀਆਂ ਚਾਹੀਦੀਆਂ ਨੇ। ਗੁਰਬਾਣੀ ਦੇ ਅਨੁਸਾਰ ਜਦੋਂ ਇਹ ਸ਼ਬਦ ਨੂੰ ਪੜ੍ਹਦੇ ਹਾਂ ਤੇ ਮੈਨੂੰ ਇਵੇਂ ਲੱਗਦਾ ਹੈ ਪ੍ਰੀਕਾਸ਼ਨ ਰੱਖਿਆਂ ਵੀ ਕੁਝ ਨਹੀਂ ਬਣਨਾ। ਬਾਣੀ ਤੇ ਇਹ ਕਹਿੰਦੀ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਭਾਈ ਮਤ ਕੋਈ ਜਾਣ ਹੋ, किसी कै किछ हाथ है, सब करे कराया। जरा मरा ताप सिरत साप, बुढ़ेपा मृत्यु ते बीमारी, भावें सिर दी पीड़ भी है। गुरु रामदास जी कहते रब तो लाए बिना नहीं लगती किसी को। जे रब लाएगा तो लग जाएगी,
याद रखना दुनिया दे विच बैठे रहो बीमारां दे विच। भगत पूरण सिंह जी ऐसे लोगों दे विच रहे ने सारी उम्र, जिन्हां नूं ऐसे रोग सी दुनिया डर के दूर भज जांदी सी, पर वो किन्नी उम्र वो जी के गए ने, क्योंकि सब हरक है बस है। ये सियाणपां ने साडियां। हो सकता है मैं अपनी सियाणप नाल बच जावांगा, नहीं ठीक है तेरे मूँह ते उन्हें परना दवा दिता है, याद रखी ये भी उन्हें ही तेनों दिमाग दिता, उन्हें विधि बना दी, बस ये विध है। कई बारी असी जा रहे हैं, कई बारी याद नहीं रहिंदा, कई बारी लग गया कि तो जिथों ला लिया होए उत्थे कोई मरीज होए असीं ला लिया, उन्हें अकल दे दी। ऐसा भी हो सकता है असीं लाया होए हवा नाल ही उड़ जाए, उत्थों लग जाए, की पता लगता है। ये ओदी मर्जी है, लाउना ठीक है ला लिया है, पर यह लाउण नाल नहीं बचाव होना। ओदी मर्जी है, जो बचा चाहेगा तो कर सकता है। नहीं डॉक्टर कह देंगे ने असल दे विच गल ते यह है तुसी बच सकते सी, तुसी ये थोड़ी जी गलती कर दी। बाणी कहती सियाणपां किन्नियां कट्ठियां करांगे, सहस सियाणपां लख होए एक ना चले नाल। एक नहीं लखां सियाणपां डॉक्टरी दियां होण, बाणी कहती नाल एक भी नहीं चलनी। जहाँ जहाँ भाणा तह तह राखे, नानक सब किश प्रभ कै हाथे। तू सिर्फ उन्होंने वेखण वाला बन, वो कर की रहा है मनुखा, तू तमाशा वेख सकता है, तेरे वस विच उन्हें कुछ नहीं दिता। इत्थे बाणी ते यह कहती है कई लोग भुख दे विच भी मरदे ने, याद रखी भुख भी उही लाउंदा है। कित्यां दुख भूख सद मार, एह पे दात तेरी दाता। तू ये कह सकता है परमात्मा मेरे तेरे अगे हाथ जुड़े ने, जिथे तू रखेगा उत्थे रहना पैना है। तू जिथे रखेगा, तू हो सकता है कदे मास्क ना लाया होए, एहो जी थां ते लंघ रहे होइए किसी होर दा ही कपड़ा मूँह ते आ जाए, बचाव हो सकता है। कि बाणी ते यह कहती है जदों तई उन्हें तेनू रखना है, दुनियावी तौर ते लखां तेरे ते वैरी चढ़ के आ जाण, लखां वैरी भी तेनू नहीं मार सकते। मैं कई बारी गुरबाणी दे शब्द की याद कराउना हाँ, सलोक संस्कृति विच महाराज का शब्द है, मृगी पेखंत बद्धिक प्राहिरण लख आवदहा। बाणी कहती है एक शिकारी सी, शिकारी ने एक बने अग जला लई मारन वास्ते किनू हिरण नूं, एक बने अग ला लई, दूजे बने जाल पा लिया, तीजे बने कुत्ता छड़ता, चौथे बने तीर लैके आप खलो गया। की करना है? हिरण नूं मारना है। हुण चारे बने तो बेचारा हिरण करे कि बेबस। पर बाणी कहती है जे परमात्मा ने बचाउणा है, रोम ना छिद्य ते तेरा कोई वाल भी विंगा नहीं कर सकता। आ इन्हां जीवां दी ते गल की है, ये सब कुछ उहदे वस विच है। ये मत जानना कोई बीमारी बंदे दे वस विच है, नहीं उहदे वस विच है। उहदा हुक्म है, उन्हें चलाई है दुनिया, उहदी मर्जी है, उन्हें किवें रखनी है उहदी मर्जी है, मनुख दे वस विच नहीं है इत्थे कुछ। ये सियाणपां नाल दुनिया नूं नहीं चला सकदा। उन्हें शिकारी ने अपने वल्लों सियाणप वरती हिरण नूं मारन दी, पर बाणी कहती है कहते होया कि उन्हें अग लाई हुई सी, जाल हवा आई, जाल उड्डिया अग विच डिग गया, मीह पिया पानी दे नाल अग बुझ गई। जिथे आप खलोता सी सप दी रुढ़ सी थले, पानी सप दी रुढ़ विच गया, सप बाहर आ गया, आउंदियां डंक मारिया, आप मरिया, जिहड़ा तीर छड्डना सी जाके उहदे कुत्ते ते वज गया, हिरण बच गया। चारे बन्ने मौत खड़ी है, खड़ी मौत चो रब ने बचा लिया। ये बाणी का फरमान है, किसी फिलोसफर की कल्पना नहीं है। साहब जी कहते ने हर बिन कोई मार जीवाल ना सकै, मन होए निचिंद निसल होए रही है। रब तो बिना ना कोई मारदा है, ना कोई जन्म दे सकता है। उन्हें बचाना है, उन्हें रखना है, उन्हें रखना ही रखना है। जे दुनिया जिसकी पूजै औद किसै कौन रख, जिहदी उम्र पूरी हो गई है उन्होंने दुनिया ते कौन रख सकता है। सुन बहलो चक्रित होए रहे हो, केती बार
ਇਹ ਸੁਣ ਕੇ ਭਾਈ ਬਹਿਲੋ ਹੈਰਾਨ ਹੋ ਗਿਆ ਵੀ ਮੈਂ ਤੇ ਉਹਨਾਂ ਨੂੰ ਕਦੇ ਮਿਲਿਆ ਹੀ ਨਹੀਂ, ਤੇ ਉਹ ਬਾਰ-ਬਾਰ ਕਹਿੰਦੇ ਨੇ ਮੈਂ ਤੈਨੂੰ ਜਾਣਦਾ ਹਾਂ। ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਜਿਹੜਾ ਸਿੱਖ ਲੈ ਕੇ ਗਿਆ ਹੈ ਪੱਤਰ, ਤੇ ਭਾਈ ਬਹਿਲੋ ਚੱਕਰਿਤ ਹੋ ਗਿਆ ਹੈ। ਮੈਂ ਅਗਿਆਨੀ ਜਾਣਤ ਨਾਹੀ, ਪੁੱਤੋ ਜਨਮ ਕਿਤ ਜਾਗਤ ਆਹੀ। ਕਹਿੰਦਾ ਹੈ ਮੈਂ ਤੇ ਅਗਿਆਨੀ ਹਾਂ, ਮੈਨੂੰ ਕੀ ਪਤਾ ਹੈ ਕਿਹੜਾ ਜਨਮ ਕਿੱਥੇ ਹੋਇਆ ਹੈ। ਅਸੀਂ ਇੱਥੇ ਬੈਠੇ ਹਾਂ, ਕਿਹਨੂੰ ਪਤਾ ਹੈ ਇੱਥੇ ਪਿਛਲਾ ਜਨਮ ਕਿੱਥੋਂ ਆਏ ਆ। ਸਾਨੂੰ ਸਿਰਫ ਇੰਨੀ ਕੁ ਸੋਝੀ ਹੈ ਮਾਂ-ਬਾਪ ਕੌਣ ਨੇ, ਉਹ ਵੀ ਦੱਸਿਆ ਹੈ ਵੀ ਇਹ ਮਾਂ-ਬਾਪ ਨੇ। ਇੰਨੀ ਕੁ ਸੋਝੀ ਹੈ ਸਾਨੂੰ। ਸਰੀਰ ਦੀ ਸੋਝੀ ਹੈ, ਸਰੀਰ ਨੂੰ ਜਨਮ ਕਿਹਨੇ ਦਿੱਤਾ, ਜਿਹੜੀ ਅੰਦਰ ਜੀਵ ਆਤਮਾ ਹੈ ਇਹ ਪਹਿਲਾਂ ਕਿਹੜੇ ਜਨਮ ਚੋਂ ਆਈ ਹੈ, ਇਸ ਦੀ ਸੋਝੀ ਕਿਸੇ ਵਿਰਲੇ ਮਨੁੱਖ ਨੂੰ ਹੁੰਦੀ ਹੈ। ਸਤਿਗੁਰ ਪਤਾ ਕੋਇ ਦਿਖਰਾਵੈ, ਨਿਜ ਸ਼ਕਤੀ ਕਰ ਮੋਹਿ ਬੁਲਾਵੈ। ਕਹਿੰਦੇ ਸਤਿਗੁਰੂ ਜੀ ਦਾ ਕੋਈ ਪਤਾ ਦਿਖਾਏ, ਤੇ ਗੁਰੂ ਜੀ ਐਸੇ ਹੀ ਹਨ, ਮੈਨੂੰ ਆਪਣੀ ਸ਼ਕਤੀ ਨਾਲ ਹੀ ਬੁਲਾ ਸਕਦੇ ਹਨ। ਇਮ ਕਹਿ ਸਿੱਖ ਕੀ ਸੇਵਾ ਠਾਨੀ, ਨਿਮਿਓ ਗੁਰੂ ਦਿਸ ਮਨ ਕਰਮ ਬਾਨੀ। ਇਹ ਕਹਿ ਕੇ ਉਹਨੇ ਗੁਰੂ ਸਾਹਿਬ ਸਿੱਖ ਦੀ ਸੇਵਾ ਕੀਤੀ, ਤੇ ਕਿਹਾ ਭਾਈ ਜੇ ਗੁਰੂ ਵਿੱਚ ਸ਼ਕਤੀ ਹੈ ਉਹ ਮੈਨੂੰ ਆਪ ਹੀ ਬੁਲਾ ਲੈਣਗੇ। ਮਨ ਕਰਕੇ ਬਚਨਾ ਕਰਕੇ ਸਿੱਖ ਦੀ ਬੜੀ ਹੀ ਸੇਵਾ ਕੀਤੀ ਹੈ। ਹੋਰ ਭਇਓ ਸਿੱਖ ਕਰਿਓ ਵਿਸਰਜਨ, ਆਤ ਬੰਦ ਕੈ ਬਹੁ ਬਿੰਤੀ ਭੰਨ। ਸਵੇਰ ਹੋਈ ਸਿੱਖ ਚੱਲਣ ਲੱਗਾ, ਭਾਈ ਬਹਿਲੋ ਨੇ ਹੱਥ ਜੋੜ ਕੇ ਸਿੱਖ ਨੂੰ ਬੇਨਤੀ ਕੀਤੀ ਹੈ। ਸਤਿਗੁਰ ਪਤਾ ਦੇਹ ਜਬ ਮੋਹੀ, ਤਬ ਆਵਨ ਨਿਸ਼ਚੈ ਤਿਤ ਹੋਈ। ਕਹਿੰਦੇ ਸਤਿਗੁਰੂ ਜੀ ਨੂੰ ਕਹਿ ਕੇ ਕਹਿਣਾ, ਜਦੋਂ ਮੈਨੂੰ ਪਤਾ ਦੇ ਦੇਣਗੇ ਫਿਰ ਹੀ ਮੈਂ ਆਵਾਂਗਾ, ਇਵੇਂ ਮੈਂ ਨਹੀਂ ਆਵਾਂਗਾ। ਯੋ ਸੁਨ ਗਇਓ ਸਿੱਖੇ ਗੁਰ ਪਾਸ, ਸਰਬ ਭਾਂਤ ਕੀਨ ਸਰਦਾਸ। ਇਵੇਂ ਕਹਿ ਕੇ ਸਿੱਖ ਗੁਰੂ ਜੀ ਦੇ ਕੋਲ ਗਿਆ, ਤੇ ਬੜੇ ਤਰੀਕੇ ਨਾਲ ਹੱਥ ਜੋੜੇ ਨੇ ਮਹਾਰਾਜ ਜੀ ਦੇ ਅੱਗੇ, ਅਤੇ ਅਰਦਾਸ ਕੀਤੀ ਹੈ। ਪਤਾ ਚਹਿਤ ਕਹਿ ਮੈਂ ਅਗਿਆਨੀ, ਭਾ ਅਧੀਨ ਕਹਿ ਬਿਨਤੀ ਬਾਨੀ। ਕਹਿੰਦਾ ਹੈ ਸਤਿਗੁਰੂ ਜੀ ਮਹਾਰਾਜ ਉਹ ਤੇ ਪਤਾ ਚਾਹੁੰਦਾ ਹੈ, ਤੇ ਨਾਲੇ ਉਸ ਨੇ ਮੈਨੂੰ ਕਿਹਾ ਹੈ ਮੈਂ ਤੇ ਅਗਿਆਨੀ ਹਾਂ, ਗੁਰੂ ਜੀ ਗਿਆਨੀ ਨੇ, ਮੈਨੂੰ ਆਪ ਹੀ ਉਹ ਬੁਲਾ ਸਕਦੇ ਹਨ। ਤਿਸ ਕੇ ਪੂਰਬ ਜਨਮ ਕੋ ਪਤਾ, ਲਿਖਿਓ ਗੁਰ ਰਾਏ। ਗੁਰੂ ਸਾਹਿਬ ਜੀ ਉਹਦੇ ਪਿਛਲੇ ਜਨਮ ਦਾ ਪਤਾ ਲਿਖ ਦਿੱਤਾ। ਸਿੱਖ ਨੂੰ ਕਹਿੰਦੇ ਲੈ ਭਾਈ ਆਪ ਕਲਮ ਤੇ ਦਵਾਤ ਲੈ ਕੇ ਆ, ਪਿਛਲੇ ਜਨਮ ਦਾ ਪਤਾ ਵੀ ਲਿਖ ਦਿੱਤਾ ਹੈ। ਕਾਗਦ ਕਰਤੈ ਖਾਮ ਕੋ, ਦੀਨੋ ਸਿੱਖਿਆ ਪਠਾਏ। ਕਾਗਜ਼ ਬੰਦ ਕਰਕੇ ਸਤਿਗੁਰੂ ਜੀ ਮਹਾਰਾਜ ਨੇ ਸਿੱਖ ਨੂੰ ਫੜਾ ਦਿੱਤਾ, ਤੇ ਕਹਿ ਦਿੱਤਾ ਉਸ ਨੂੰ ਜਾ ਕੇ ਦੇ ਦੇਣਾ ਹੈ। ਪਹਿਲੋ ਨਿਕਟ ਸਿੱਖੇ ਪੁਨ ਆਇਓ, ਗੁਰੂ ਹੁਕਮ ਨਾਮੋ ਦਿਖਰਾਇਓ। ਭਾਈ ਬਹਿਲੋ ਜੀ ਦੇ ਨਿਕਟ ਉਹ ਸਿੱਖ ਫੇਰ ਆਇਆ, ਅਤੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਦਿਖਾਉਣਾ ਕੀਤਾ ਹੈ। ਲੇਕਰ ਸਿੱਖ ਤੇ ਸਿਰ ਪਰ ਰੱਖਿਓ, ਖੋਲਿਓ ਕਾਗਦ ਪਠ ਸਭ ਲਖਿਓ। ਉਸਨੇ ਹੁਕਮਨਾਮਾ ਲਿਆ, ਸਿਰ ਤੇ ਰੱਖਿਆ, ਉਸ ਤੋਂ ਬਾਅਦ ਉਹਨੂੰ ਖੋਲ ਕੇ ਪੜ੍ਹ ਲਿਆ ਹੈ। ਪ੍ਰਥਮ ਜਨਮ ਕੇ ਇੱਕ ਦੋਏ ਪਤੇ, ਪਠ ਕਰ ਅਚਰਜ ਚਿਤ ਮਹਿ ਅਤੇ। ਉਸਨੇ ਜਦੋਂ ਵੇਖਿਆ ਗੁਰੂ ਜੀ ਨੇ ਉਸ ਚਿੱਠੀ ਦੇ ਵਿੱਚ ਪਿਛਲੇ ਜਨਮ ਦੇ ਕਈ ਪਤੇ ਲਿਖੇ ਹੋਏ ਸਨ, ਜਦੋਂ ਉਹਨਾਂ ਪੱਤਿਆਂ ਨੂੰ ਪੜ੍ਹਿਆ ਅਚਰਜ ਹੋ ਗਿਆ, ਇਹ ਤੇ ਮੇਰੇ ਪਿਛਲੇ ਜਨਮ ਬਾਰੇ ਵੀ ਜਾਣਦੇ ਨੇ, ਕਿੱਥੋਂ ਮੈਂ ਆਇਆ ਹਾਂ ਕਿੱਥੋਂ ਨਹੀਂ ਆਇਆ। ਮੈਂ ਅਕਸਰ ਦੱਸਿਆ ਹੈ ਇਹ ਇਤਿਹਾਸ ਦੀ ਪਹਿਲੀ ਗੱਲ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨਾਲ ਮੈਂ ਕੱਲ ਵੀ ਸ਼ਾਇਦ ਬੇਨਤੀ ਕੀਤੀ, ਜੁੜੀ ਹੋਈ ਹੈ ਗੱਲ ਪਿਛਲੇ ਜਨਮ ਦੀ। ਜਿਵੇਂ ਗੁਰੂ ਮਹਾਰਾਜ ਨੇ ਭਾਈ ਕੀਰਤੀ ਨੂੰ ਦੱਸ ਦਿੱਤਾ ਸੀ, ਰਿਛ ਦੇ ਵਿੱਚੋਂ ਉਹਦੇ ਪਿਤਾ ਦਾ ਪਤਾ ਦੱਸ ਦਿੱਤਾ, ਭਾਈ ਇਹ ਭਾਲੂ ਜਿਹੜਾ ਨੱਚ ਰਿਹਾ ਹੈ ਕੀਰਤੀਆ ਇਹ ਤੇਰਾ ਪਿਤਾ ਹੈ। ਗੁਰੂ ਤ੍ਰੈ ਕਾਲਦਰਸ਼ੀ ਹੁੰਦਾ ਹੈ, ਉਹਨੂੰ ਸਭ ਪਤਾ ਹੁੰਦਾ ਹੈ। ਜਿਹੜੇ ਮਨੁੱਖ ਬੰਦਗੀ ਵਿੱਚ ਜੁੜ ਜਾਂਦੇ ਨੇ, ਦਿਨ ਰਾਤ ਬੰਦਗੀ ਕਰਦੇ ਨੇ, ਉਹ ਸਾਰੇ ਕਪਾਟ ਖੁੱਲ ਜਾਂਦੇ ਨੇ ਉਹਨਾਂ ਦੇ।
ਅਗਲਾ ਪਿਛਲਾ ਸਾਰਾ ਚਾਨਣ ਹੋ ਜਾਂਦਾ ਹੈ। ਕਿੱਥੋਂ ਚੱਲੇ ਆ, ਕਿੱਥੋਂ ਜਾਣਾ ਹੈ, ਕਿਵੇਂ ਕਿਵੇਂ ਜਨਮ ਮਿਲਿਆ ਹੈ, ਸਾਰਾ ਹੀ ਪਤਾ ਲੱਗ ਜਾਂਦਾ। ਗੱਲ ਇਹ ਹੈ ਜਿਹੜੇ ਸ਼ਬਦ ਦੀ ਕਮਾਈ ਕਰਦੇ ਨੇ। ਹੁਣ ਕਮਾਈ ਹੋ ਜਾਏ ਇਹ ਵੀ ਵਿਰਲਿਆਂ ਦੇ ਹਿੱਸੇ ਆਈ ਹੈ। ਜਦੋਂ ਤਾਈਂ ਭਾਗ ਨਹੀਂ ਹੁੰਦੇ ਸ਼ਬਦ ਦੀ ਕਮਾਈ ਵੀ ਨਹੀਂ ਹੁੰਦੀ। ਮਨ ਬੜੀ ਮੁਸ਼ਕਲ ਹੀ ਸ਼ਬਦ ਨਾਲ ਜੁੜਦਾ ਹੈ। ਦੁਨਿਆਵੀ ਤੌਰ ਤੇ ਜਿਹੜੇ ਹੋਰ ਸ਼ਬਦ ਨੇ ਉਹਨਾਂ ਨਾਲ ਬੜਾ ਜੁੜਿਆ ਹੋਇਆ। ਨਿੰਦਾ ਵਿੱਚ ਬੜਾ ਰਸ ਆਉਂਦਾ ਹੈ, ਚੁਗਲੀ ਵਿੱਚ ਬੜਾ ਰਸ ਆਉਂਦਾ ਹੈ। ਇਹਨਾਂ ਰਸਾਂ ਦੇ ਵਿੱਚ ਮਨੁੱਖ ਜੁੜਿਆ ਹੋਇਆ ਹੈ। ਦੁਨਿਆਵੀ ਤੌਰ ਤੇ ਜਿਹੜੇ ਰਸ ਨੇ ਉਹਨਾਂ ਨੂੰ ਬਾਰ-ਬਾਰ ਯਾਦ ਕਰਦਾ ਹੈ। ਬਾਣੀ 'ਚ ਮਹਾਰਾਜ ਨੇ 9 ਰਸ ਵੀ ਲਿਖੇ ਨੇ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠਾ, ਰਸ ਮਾਸ। ਇਹ 9 ਰਸ ਗਣਾਏ ਨੇ ਮਹਾਰਾਜ। ਇਹਨਾਂ 9 ਰਸਾਂ ਦੇ ਵਿੱਚ ਚੇਤਨਾ ਵੰਡੀ ਹੋਈ ਹੈ। ਹੁਣ ਚੇਤਨਾ ਇੱਕ ਹੈ, ਵੰਡ ਗਈ 9 ਥਾਵਾਂ ਤੇ, ਇਹ ਸੁਰਤ ਤੁਰੇਗੀ ਕਿਵੇਂ? ਪਹਿਲਾਂ ਤੇ ਇਹ ਇਕੱਠੀ ਹੋਣੀ ਚਾਹੀਦੀ ਹੈ। ਥੋੜਾ ਜਿਹਾ ਮਨ ਪਰਿਵਾਰ ਵਿੱਚ ਜੁੜ ਗਿਆ, ਥੋੜਾ ਜਿਹਾ ਵਿਹਾਰ ਵਿੱਚ ਜੁੜ ਗਿਆ, ਥੋੜਾ ਜਿਹਾ ਦੁਨੀਆ ਨਾਲ ਜੁੜ ਗਿਆ, ਚੇਤਨਾ ਵੰਡੀ ਗਈ। ਬਾਣੀ ਕਹਿੰਦੀ ਹੈ ਜਦੋਂ ਤਾਈਂ ਇੱਕ ਨਹੀਂ ਨਾ ਹੋਏਗੀ, ਇਹ ਜਿਹੜੀ ਟੁਕੜਿਆਂ ਟੁਕੜਿਆਂ ਵਿੱਚ ਹੈ ਇਹ ਇੱਕ ਹੋਣੀ ਚਾਹੀਦੀ ਹੈ। ਕੁਝ ਚਾਂਦੀ ਵਿੱਚ ਜੁੜ ਗਿਆ, ਕੁਝ ਸੋਨੇ ਵਿੱਚ ਜੁੜ ਗਿਆ, ਕੁਝ ਘਰ ਵਿੱਚ ਜੁੜ ਗਿਆ। ਮਿੱਠਾ ਸਵਾਦ ਖਾਦਾ ਹੈ ਉਹਦੇ ਵਿੱਚ ਮਨ ਜੁੜ ਗਿਆ, ਬਾਰ-ਬਾਰ ਸਵਾਦਾਂ ਦਾ ਯਾਦਾਸ਼ਤ ਅੰਦਰ ਚਲੀ ਗਈ। ਚਿੱਤ ਦੇ ਵਿੱਚ ਕੀ ਚਲਾ ਗਿਆ? ਸਵਾਦਾਂ ਦੀ ਯਾਦਾਸ਼ਤ, ਸੋਨੇ ਦੀ ਯਾਦਾਸ਼ਤ, ਚਾਂਦੀ ਦੀ ਯਾਦਾਸ਼ਤ। ਇਹਨਾਂ ਚੀਜ਼ਾਂ ਦੇ ਸਵਾਦ ਚਿੱਤ ਵਿੱਚ ਚਲੇ ਗਏ, ਚੇਤਨਾ ਵਿਖੰਡਿਤ ਹੋ ਗਈ। 9 ਥਾਵਾਂ ਤੇ ਜਿਹੜੀ ਚੀਜ਼ ਵੰਡੀ ਹੋਏ ਤੇ ਕੀ ਉਹ ਪਰਮਾਤਮਾ ਵੱਲ ਤੁਰੇਗੀ ਨਹੀਂ, ਇੱਥੇ ਫਸ ਗਈ ਉਹ। ਮੈਂ ਇਹਨੂੰ ਦੂਜੇ ਤਰੀਕੇ ਨਾਲ ਇੱਕ ਉਦਾਹਰਣ ਆਪ ਜੀ ਦੇ ਸਾਹਮਣੇ ਪੇਸ਼ ਕਰਾਂ। ਜਿਵੇਂ ਇੱਕ ਟੀਚਰ ਪੜ੍ਹਾ ਰਿਹਾ ਹੋਏ ਨਾ, ਅੱਗੇ ਬੱਚੇ ਬੈਠੇ ਨੇ, ਪਿੱਛੇ ਬੱਚੇ ਪੜ੍ਹ ਰਹੇ ਨੇ, ਨਾਲ ਨਾਲ ਸ਼ਰਾਰਤ ਕਰ ਰਹੇ ਨੇ। ਉਹ ਅੱਗੇ ਬਲੈਕ ਬੋਰਡ ਤੇ ਪੜ੍ਹਾ ਰਿਹਾ ਹੈ, ਵਾਈਟ ਬੋਰਡ ਤੇ। ਬੱਚੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰ ਰਹੇ ਨੇ, ਉਧਰ ਧਿਆਨ ਨਹੀਂ ਦੇ ਰਹੇ। ਟੀਚਰ ਅੱਧੇ ਘੰਟੇ ਦੇ ਬਾਅਦ ਪੁੱਛਦਾ, ਦੱਸੋ ਭਾਈ ਤੁਹਾਨੂੰ ਕੀ ਸਮਝ ਆਇਆ? ਆਂਦੇ ਕੋਈ ਸਮਝ ਨਹੀਂ ਆਇਆ। ਕਹਿੰਦੇ ਕਿਉਂ, ਤੁਸੀਂ ਇੱਥੇ ਨਹੀਂ ਸੀ? ਇੱਥੇ ਹੀ ਸੀ। ਫਿਰ ਸਮਝ ਕਿਉਂ ਨਹੀਂ ਆਇਆ? ਕਹਿੰਦੇ ਜਿਹੜਾ ਸਾਡਾ ਧਿਆਨ ਸੀ ਨਾ, ਧਿਆਨ ਇੱਥੇ ਨਹੀਂ ਸੀ। ਕਈ ਵਾਰੀ ਮਨੁੱਖ ਸੰਗਤ ਵਿੱਚ ਹੁੰਦਾ ਹੈ, ਧਿਆਨ ਇੱਥੇ ਨਹੀਂ ਹੁੰਦਾ। ਧਿਆਨ ਮਨੁੱਖ ਦਾ ਵੰਡਦਾ ਰਹਿੰਦਾ ਹੈ, ਬਟਿਆ ਹੋਇਆ ਹੈ। ਅੱਧਾ ਧਿਆਨ ਕਿਤੇ ਹੈ, ਅੱਧਾ ਕਿਤੇ ਹੈ। ਵਿਰਲਾ ਮਨੁੱਖ ਹੈ ਜਿਹਦਾ ਚਾਰੇ ਬੰਨੇ ਤੋਂ ਚੇਤਨਾ ਇਕਾਗਰ ਹੋ ਗਈ। ਇਕਾਗਰਤਾ ਕਿਸੇ ਵਿਰਲੇ 'ਚ ਹੁੰਦੀ ਹੈ, ਤੇ ਇਕਾਗਰਤਾ ਐਸੀ ਚੀਜ਼ ਹੈ, ਫਿਰ ਸਰੀਰ ਇੱਥੇ ਬੈਠਾ ਰਹੇਗਾ, ਕੋਲ ਭਾਵੇਂ ਰੋਲਾ ਹੀ ਰੋਲਾ ਪੈਂਦਾ ਹੋਏ, ਇਕਾਗਰਤਾ ਭੰਗ ਨਹੀਂ। ਇਕਾਗਰਤਾ ਐਸੀ ਚੀਜ਼ ਹੈ। ਪਹਿਲੀ ਗੱਲ ਤੇ ਇਕਾਗਰ ਮਨ ਹੁੰਦਾ ਹੀ ਨਹੀਂ ਹੈ, ਕਿਉਂ? ਵੰਡਿਆ ਹੋਇਆ ਹੈ। ਘਰ ਵਾਲੀ ਵਿੱਚ ਮਨ ਹੈ, ਘਰ ਵਾਲੀ ਦਾ ਪਤੀ ਵਿੱਚ ਮਨ ਹੈ, ਬੱਚਿਆਂ ਵਿੱਚ ਹੈ, ਮੋਹ ਵਿੱਚ ਹੈ, ਕਾਮ ਵਿੱਚ ਹੈ, ਕ੍ਰੋਧ ਵਿੱਚ ਹੈ, ਸੋਨੇ ਵਿੱਚ ਹੈ, ਘਰ ਵਿੱਚ ਹੈ, ਰਿਸ਼ਤੇਦਾਰਾਂ ਵਿੱਚ ਹੈ। ਕਿੰਨੀਆਂ ਥਾਵਾਂ ਤੇ ਮਨ ਵੰਡਿਆ ਹੋਇਆ ਹੈ। ਬਾਣੀ ਕਹਿੰਦੀ ਇਹ ਤੇ ਰਸ ਸਰੀਰ ਕੇ, ਇੰਨੇ ਰਸ ਨੇ ਸਰੀਰ ਦੇ, ਕਹਿ ਘਟ ਨਾਮ ਨਿਵਾਸ। ਇਹ ਚੇਤਨਾ ਕਿਵੇਂ ਪਰਮਾਤਮਾ ਨਾਲ ਜੁੜ ਸਕਦੀ ਹੈ? ਜਦੋਂ ਤਾਈਂ ਇਕਾਗਰ ਨਹੀਂ ਹੋਏਗੀ। ਜਦੋਂ ਹੀ ਸੁਰਤ ਇਕਾਗਰ ਹੋ ਜਾਏਗੀ, ਜਿਵੇਂ ਧਿਆਨ ਇਕਾਗਰ ਹੋ ਜਾਏਗਾ, ਨਾਲੋਂ ਨਾਲ ਹੀ ਮਨੁੱਖ ਨੂੰ ਗਿਆਨ ਹੋਣਾ ਸ਼ੁਰੂ ਹੋ ਜਾਣਾ ਹੈ। ਕਰ ਵਿਚਾਰ ਔਰ ਇਮ ਠਹਿਰਾਈ, ਜਾਨੋ ਬਨਹਿ ਗੁਰੂ ਸਰਨਾਈ। ਉਹਨੇ ਭਾਈ ਜਦੋਂ ਮਹਾਰਾਜ ਸਾਹਿਬ ਨੇ ਉਸ ਦਾ ਪਤਾ ਦੱਸਿਆ, ਉਸ ਨੇ ਆਪਣੇ ਮਨ ਦੇ ਵਿੱਚ ਸੋਚਿਆ ਹੈ, ਗੁਰੂ ਜੀ ਨੂੰ ਤੇ ਸਾਰਾ ਹੀ ਪਤਾ ਹੈ, ਮੈਨੂੰ ਇਹਨਾਂ ਦੀ ਸ਼ਰਨਾਈ ਪ੍ਰਾਪਤ ਕਰਨੀ ਚਾਹੀਦੀ ਹੈ, ਆਪਣੇ ਆਪ ਨੂੰ ਸਮਰਪਣ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮੈਨੂੰ ਤੇ ਕੁਝ ਵੀ ਨਹੀਂ ਪਤਾ, ਤੇ ਉਹ ਤੇ ਮੇਰੇ ਬਾਰੇ ਵੀ ਸਾਰਾ ਕੁਝ ਜਾਣਦੇ ਹਨ। ਜੇ ਅਬ ਭਾਗ ਜਗੋ ਕਛ ਮੋਰੇ, ਮਿਟੈ ਜਗਤ ਬੰਧਨ ਦੁਖ ਘੋਰੇ। ਸੋਚਦਾ ਹੈ ਮੇਰੇ ਹੁਣ ਭਾਗ ਜਾਗ ਗਏ ਨੇ, ਤੇ ਭਾਗ ਜਾਗੇ ਨੇ ਤਾਂ ਹੀ ਤੇ ਮੈਨੂੰ ਕੋਈ ਗੁਰੂ ਦੀ ਗੱਲ ਸਮਝ ਆਈ ਹੈ, ਤਾਂ ਹੀ ਤੇ ਮੈਨੂੰ ਗੁਰੂ ਜੀ ਨੇ ਕੋਲ ਬੁਲਾਇਆ ਹੈ।
ਇਹ ਮੇਰੇ ਭਾਗ ਜਾਗੇ ਨੇ, ਮੈਂ ਸੰਗਤ ਵਿੱਚ ਜਾਵਾਂਗਾ ਤੇ ਕਰੋੜਾਂ ਜਨਮਾਂ ਦੇ ਜਿਹੜੇ ਦੁੱਖ ਨੇ ਉਹ ਮੇਰੇ ਕੱਟੇ ਜਾਣਗੇ। ਜਿਸ ਹਿਤ ਮਨ ਜਨ ਕਰਹਿ ਉਪਾਏ, ਰਾਜ ਬੇਭੂਤ ਤਜਹਿ ਸਮੁਦਾਏ। ਭਾਈ ਬਹਿਲੋ ਮਨ ਚ ਸੋਚਣ ਲੱਗਾ, ਇਹ ਮੁਕਤੀ ਦੇ ਵਾਸਤੇ, ਜਨਮ ਮਰਨ ਨੂੰ ਦੂਰ ਕਰਨ ਵਾਸਤੇ ਵੱਡੇ ਵੱਡੇ ਯੋਗੀਆਂ ਨੇ, ਭਰਥਰੀ ਵਰਗਿਆਂ ਨੇ ਘਰ ਵੀ ਛੱਡ ਦਿੱਤੇ, ਜਿਨ੍ਹਾਂ ਨੂੰ ਪਤਾ ਲੱਗਿਆ ਕੋਈ ਅਲੌਕਿਕ ਵਸਤੂ ਹੈ ਜਿਹੜੀ ਪ੍ਰਾਪਤ ਕਰਨੀ ਚਾਹੀਦੀ ਹੈ। ਜਿਵੇਂ ਕਈ ਵਾਰੀ ਮਨੁੱਖ ਦੀ ਚੇਤਨਾ ਇੰਨੀ ਕੋਮਲ ਹੋ ਜਾਂਦੀ ਹੈ, ਮਾੜੀਆਂ ਮਾੜੀਆਂ ਗੱਲਾਂ ਵੀ ਉਹਨੂੰ ਸੱਟ ਮਾਰਦੀਆਂ ਨੇ। ਕਈ ਵਾਰੀ ਦੂਜੇ ਦੀ ਕੀਤੀਆਂ ਹੋਈਆਂ ਗਲਤੀਆਂ ਵੀ ਸੱਟ ਲਗਾ ਜਾਂਦੀਆਂ ਨੇ। ਜਦੋਂ ਚੇਤਨਾ ਕਠੋਰ ਹੋ ਜਾਂਦੀ ਹੈ, ਪਾਪਾਂ ਦੀ ਮੈਲ ਵੱਧ ਜਾਂਦੀ ਹੈ, ਵੱਡੀਆਂ ਵੱਡੀਆਂ ਚੀਜ਼ਾਂ ਵੀ ਸੱਟ ਨਹੀਂ ਮਾਰਦੀਆਂ। ਸ਼ਬਦ ਚੱਲ ਰਿਹਾ ਹੈ, ਗੁਰਬਾਣੀ ਚੱਲ ਰਹੀ ਹੈ, ਨਹੀਂ ਸੱਟ ਲਗਾਉਂਦੀ ਅੰਦਰ। ਕਾਰਨ ਕਿ ਚੇਤਨਾ ਮੈਲ ਵੱਧ ਗਈ ਹੈ। ਮਹਾਤਮਾ ਬੁੱਧ ਸਨ ਨਾ, ਘਰੋਂ ਜਾ ਰਹੇ ਸਨ, ਵੇਖੋ ਦੂਜੇ ਦੀ ਗੱਲ ਵੀ ਸੱਟ ਲਗਾ ਜਾਂਦੀ ਹੈ। ਜਦੋਂ ਚੇਤਨਾ ਜਿਗਿਆਸਾ ਜਾਗੀ ਹੋਏ ਮਨੁੱਖ ਦੇ ਅੰਦਰ, ਜਦੋਂ ਥੋੜਾ ਜਿਹਾ ਮਨ ਨਿਰਮਲ ਹੋਏ ਨਾ, ਮਾੜੀ ਜੀ ਕਹੀ ਹੋਈ ਗੱਲ ਵੀ ਸੱਟ ਮਾਰ ਜਾਏਗੀ। ਮਾੜੀ ਜੀ ਕਹੀ, ਭਾਗ ਜਾਗੇ ਹੋਣ। ਮਹਾਤਮਾ ਬੁੱਧ ਬਾਹਰ ਜਾ ਰਹੇ ਸੀ, ਰੱਥ ਦੇ ਬੈਠੇ ਨੇ, ਵੇਖਿਆ ਰਾਹ ਦੇ ਵਿੱਚ ਇੱਕ ਬਿਮਾਰ ਇਨਸਾਨ ਹੈ। ਆਪਣੇ ਰਥਵਾਨ ਨੂੰ ਪੁੱਛਦੇ ਨੇ, ਇਹ ਕੌਣ ਹੈ? ਕਹਿੰਦੇ ਇਹ ਬਿਮਾਰ ਹੈ। ਕਿ ਮੈਂ ਵੀ ਬਿਮਾਰ ਹੋ ਸਕਦਾ? ਕਹਿੰਦੇ ਹਾਂਜੀ। ਇਹ ਤੇ ਬੜਾ ਦੁੱਖ ਹੈ। ਅੱਗੇ ਗਏ, ਇਹ ਕੌਣ ਹੈ? ਬਜ਼ੁਰਗ ਹੈ। ਕਹਿੰਦੇ ਮੈਂ ਵੀ ਬਜ਼ੁਰਗ ਹੋਣਾ ਹੈ, ਮੇਰਾ ਸਰੀਰ ਵੀ? ਕਹਿੰਦੇ ਹਾਂ ਬਜ਼ੁਰਗ ਹੋਏਗਾ, ਬੜਾ ਦੁੱਖ ਹੈ। ਤੀਜੇ ਵੇਖਿਆ ਕਰਥੀ ਜਾ ਰਹੀ ਸੀ, ਇਹ ਕੀ ਹੈ? ਕਹਿੰਦੇ ਮਰ ਜਾਂਦਾ ਹੈ ਬੰਦਾ, ਮੇਰਾ ਸਰੀਰ ਵੀ ਮਰੇਗਾ? ਕਹਿੰਦੇ ਹਾਂ, ਬੜਾ ਵੱਡਾ ਦੁੱਖ ਹੈ। ਕਹਿੰਦੇ ਹੁਣ ਰੱਥ ਤੂੰ ਘਰ ਹੀ ਲੈ ਕੇ ਜਾ, ਹੁਣ ਮੈਂ ਐਸੇ ਜੀਵਨ ਦੀ ਖੋਜ ਕਰਾਂਗਾ, ਨਾਨਕ ਬੱਧਾ ਘਰ ਤਹਾਂ, ਜੇ ਉਹ ਇਹੋ ਜਿਹਾ ਘਰ ਮੈਂ ਬੰਨਾਂਗਾ ਜਿੱਥੇ ਨਾ ਜਨਮ ਹੋਏਗਾ ਨਾ ਮਰਨ ਹੋਏਗਾ। ਹੁਣ ਐਸੀ ਖੋਜ ਕਰਾਂਗਾ। ਇਹਨੂੰ ਕਹਿੰਦੇ ਨੇ ਦ੍ਰਿਸ਼ਟਾ ਭਾਵ। ਜਿੱਥੋਂ ਇਹ ਪਤਾ ਲੱਗ ਗਿਆ ਸਰੀਰ ਦਾ ਕੀ ਹੈ, ਇਹਨੇ ਤੇ ਖਤਮ ਹੋਣਾ ਹੈ। ਆਪਣੇ ਸਰੀਰ ਖਤਮ ਹੋਣ ਲੱਗਿਆ, ਇਹਨੂੰ ਵੇਖ ਲਵੇ। ਦੁਨੀਆ ਤੇ ਇੱਕ ਸੰਤ ਹੋਇਆ ਹੈ, ਮੈਨੂੰ ਉਹਦੀ ਜਦੋਂ ਮੈਂ ਹਿਸਟਰੀ ਪੜ੍ਹ ਰਿਹਾ ਸੀ, ਜਦੋਂ ਉਸ ਦੀ ਮੌਤ ਆਉਣ ਲੱਗੀ, ਉਹਨੇ ਮੌਤ ਨੂੰ ਨਮਸਕਾਰ ਬੁਲਾਈ। ਸਰੀਰ ਤੋਂ ਉਹਨੂੰ ਪਤਾ ਲੱਗਿਆ ਮੇਰੇ ਸਰੀਰ 'ਚੋਂ ਚੇਤਨਾ ਉੱਠਣ ਲੱਗੀ ਹੈ। ਆਪਣੇ ਨਾਲਦਿਆਂ ਨੂੰ ਕਹਿਣ ਲੱਗਾ, ਭਾਈ ਹੁਣ ਮੈਂ ਚੱਲਿਆ ਹਾਂ। ਸਰੀਰ ਦੀ ਚੇਤਨਾ ਇਕਾਗਰ ਹੋਣ ਲੱਗੀ ਹੈ। ਜਿਹੜਾ ਸਰੀਰ ਵੰਡਿਆ ਹੋਇਆ ਸੀ ਨਾ, ਮੌਤ ਕੀ ਹੈ? ਜਿਹੜੀ ਚੇਤਨਾ ਬਾਹਰ ਮੁਖੀ ਹੋਈ ਹੈ, ਇੱਕਦਮ ਇਕਾਗਰ ਹੋ ਜਾਏਗੀ। ਬਾਹਰੋਂ ਜਿਹੜੀ ਚੇਤਨਾ ਇਕੱਠੀ ਹੋ ਜਾਏਗੀ, ਸਰੀਰ 'ਚੋਂ ਨਿਕਲ ਜਾਏਗੀ। ਬੜੇ ਲੋਕ ਨੇ ਜਿਹੜੇ ਜਦੋਂ ਸਰੀਰ ਦੀ ਚੇਤਨਾ ਨਿਕਲਣ ਲੱਗਦੀ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ। ਇਹਦਾ ਇੱਕ ਹੋਰ ਮੈਂ ਉਦਾਹਰਣ ਦੇਵਾਂ ਆਪ ਜੀ ਦੇ ਸਾਹਮਣੇ। ਜਿਸ ਮਨੁੱਖ ਨੂੰ, ਜਦੋਂ ਮਨੁੱਖ ਸੌਂਦਾ ਹੈ ਨਾ, ਉਹਨੂੰ ਪਤਾ ਲੱਗਣ ਲੱਗ ਜਾਏ ਵੀ ਹੁਣ ਮੈਂ ਸੋ ਗਿਆ ਹਾਂ, ਇਹ ਹੁਣ ਮੈਂ ਸੁਪਨੇ ਵਿੱਚ ਜੀ ਰਿਹਾ ਹਾਂ। ਜਿਹਨੂੰ ਇਹ ਪਤਾ ਲੱਗ ਜਾਏ, ਫਿਰ ਜਿਸ ਦਿਨ ਮੌਤ ਆਏਗੀ ਉਹਨੂੰ ਉਦੋਂ ਵੀ ਪਤਾ ਲੱਗ ਜਾਏਗਾ। ਇੰਨਾ ਗਹਿਰਾ ਹੋ ਜਾਏਗਾ। ਜਿਵੇਂ ਸੁਪਨੇ ਵਿੱਚ ਆ, ਪਹਿਲੀ ਗੱਲ ਤੇ ਸੁਪਨੇ ਵਿੱਚ ਜਦੋਂ ਕੋਈ ਵੀ ਮਨੁੱਖ ਕਿਸੇ ਦੇ ਪਿੱਛੇ ਭੱਜ ਰਿਹਾ ਹੈ, ਕੋਈ ਕਿਸੇ ਨੂੰ ਮਾਰ ਰਿਹਾ ਹੈ, ਭਾਵ ਸੁਪਨੇ ਦੇ ਵਿੱਚ ਮਨੁੱਖ ਗਰੀਬ ਹੋ ਗਿਆ, ਵੈਸੇ ਗਰੀਬ ਨਹੀਂ ਹੈ। ਸੁਪਨੇ ਵਿੱਚ ਐਸੇ ਘਰ ਵਿੱਚ ਜਨਮ ਮਿਲ ਗਿਆ ਜਿੱਥੇ ਰੋਟੀ ਵੀ ਨਹੀਂ ਮਿਲ ਰਹੀ, ਬੜਾ ਦੁਖੀ ਹੋਏਗਾ। ਬੜਾ ਦੁਖੀ ਹੈ। ਜਦੋਂ ਅੱਖ ਖੁੱਲੀ, ਪਤਾ ਲੱਗਿਆ ਨਹੀਂ ਇਹ ਤੇ ਸੁਪਨਾ ਸੀ। ਬਾਣੀ ਦੇ ਵਿੱਚ ਇੱਕ ਉਦਾਹਰਣ ਹੈ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਹੁਣ ਸੁਪਨੇ ਦੇ ਵਿੱਚ ਕੀ ਪਤਾ ਲੱਗਿਆ ਮੈਂ ਭਿਖਾਰੀ ਬਣ ਗਿਆ? ਕਿੰਨਾ ਦੁੱਖ ਮਿਲਿਆ ਸੁਪਨੇ ਵਿੱਚ। ਜੇ ਪਤਾ ਹੁੰਦਾ ਮੈਂ ਭਿਖਾਰੀ ਨਹੀਂ, ਮੇਰੇ ਕੋਲ ਤੇ ਰੋਟੀ ਹੈ, ਕਿ ਉਹਨੂੰ ਸੁਪਨੇ ਵਿੱਚ ਦੁੱਖ ਮਿਲਣਾ ਸੀ? ਨਹੀਂ। ਹੁਣ ਸੁਪਨੇ ਵਿੱਚ ਜਾ ਕੇ ਕਿਸੇ ਨੂੰ ਨਹੀਂ ਪਤਾ ਰਹਿੰਦਾ ਮੈਂ ਸੁਪਨਾ ਵੇਖ ਰਿਹਾ ਹਾਂ। ਉਹ ਤੇ ਜਦੋਂ ਖੁੱਲ੍ਹਦੀ ਹੈ ਅੱਖ ਤਾਂ ਹੀ ਪਤਾ ਲੱਗਦਾ ਇਹ ਤਾਂ ਸੁਪਨਾ ਸੀ। ਇਸ ਕਰਕੇ ਇਹ ਦੁਨੀਆ ਹੈ, ਜਿਹਨੂੰ ਇਹ ਸਰੀਰ 'ਚ ਜਾਗਦਿਆਂ ਪਤਾ ਲੱਗ ਜੇ ਇਹ ਸੁਪਨਾ ਹੈ। ਫਿਰ ਜਦੋਂ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਹਨ, ਉਦੋਂ ਜੇ ਮੌਤ ਵੀ ਆਏਗੀ, ਮੌਤ ਵੀ ਉਹਨੂੰ ਦੁੱਖ ਨਹੀਂ ਦੇ ਸਕੇਗੀ। ਉਹ ਲੋਕ ਮੌਤ ਤੋਂ ਵੀ ਨਹੀਂ ਡਰਦੇ। ਕਾਰਨ ਕੀ ਹੈ? ਉਹਨਾਂ ਨੂੰ ਪਤਾ ਹੈ ਸਰੀਰ ਨੇ ਜਾਣਾ ਹੈ, ਅੱਜ ਨਹੀਂ ਤੇ ਕੱਲ ਇਸ ਦੀ ਤਿਆਰੀ ਹੋ ਹੀ ਜਾਣੀ ਹੈ। ਅਨਿਕ ਭਾਂਤ ਕੇ ਤਪ ਕਹੋ ਤਾਪਤ, ਕਰਹਿ ਜੋਗ ਜਿਸ ਹਿਤ ਦੋਹੇ ਪ੍ਰਾਪਤ।
ਭਾਈ ਬਹਿਲੋ ਕਹਿਣ ਲੱਗਾ ਬੜੇ ਵੱਡੇ ਵੱਡੇ ਮੁਨੀ ਕਿੰਨੇ ਤਪ ਕਰਦੇ ਨੇ, ਕਿੰਨੀਆਂ ਜੰਗਲਾਂ ਵਿੱਚ ਜਾ ਕੇ ਤਪੱਸਿਆਵਾਂ ਕਰਦੇ ਨੇ, ਕਾਹਦੇ ਲਈ? ਕਿਤੇ ਸਾਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਵੇ। ਸੁਤ ਬਣਤਾ ਕੋ ਤਿਆਗੈ ਮੋਹ, ਵਿਚਰੈ ਸਦਾ ਇਕਾਕੀ ਹੋ। ਆਪਣੇ ਘਰ ਵਾਲਿਆਂ ਨੂੰ ਤਿਆਗ ਦਿੰਦੇ ਨੇ, ਇਕੱਲੇ ਹੀ ਜੰਗਲਾਂ ਵਿੱਚ ਤੁਰਦੇ ਰਹਿੰਦੇ ਹਨ। ਨਿਤਾ ਪ੍ਰਤ ਮੈਂ ਪੂਜਕ ਸਰਵਰ, ਅਨਸਾਰੀ ਮੇਰੇ ਹੈ ਬਹੁ ਨਰ। ਮਨ ਵਿੱਚ ਸੋਚਣ ਲੱਗਿਆ ਬੜੇ ਲੋਕੀ ਮੇਰੇ ਹੁਕਮ ਵਿੱਚ ਚੱਲਦੇ ਨੇ, ਮੈਂ ਤੇ ਸਖੀ ਸਰਵਰਿਆਂ ਦਾ ਬੜਾ ਵੱਡਾ ਚੇਲਾ ਹਾਂ, ਬੜੇ ਲੋਕ ਮੇਰੇ ਹੁਕਮ ਵਿੱਚ ਚੱਲਦੇ ਹਨ। ਅਬ ਮੈਂ ਗਮਨੋ ਸਤਿਗੁਰ ਪਾਸ, ਪਰੋ ਸਰਨ ਕਰਕੇ ਅਰਦਾਸ। ਕਹਿਣ ਲੱਗਾ ਹੁਣ ਤੇ ਮੈਂ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਜਾਵਾਂਗਾ, ਉਹਨਾਂ ਸਾਹਮਣੇ ਹੱਥ ਜੋੜ ਕੇ ਅਰਦਾਸ ਕਰਾਂਗਾ, ਮੈਨੂੰ ਆਪਣੀ ਸ਼ਰਨ ਵਿੱਚ ਲੈ ਲਵੋ। ਤੈ ਗਮਨੇ ਮਮ ਸਰੇ ਜੋ ਹੈ, ਤੋ ਸਰਵਰ ਮਜ ਕਛੂ ਨ ਕਹੈ। ਸੋਚਦੇ ਹਨ ਜੇ ਉੱਥੇ ਮੈਂ ਜਾ ਕੇ ਮੇਰਾ ਕਲਿਆਣ ਹੋ ਜਾਵੇਗਾ, ਫਿਰ ਜਿਹੜਾ ਸਖੀ ਸਰਵਰ ਵੀ ਹੈ ਉਹ ਪੀਰ ਵੀ ਮੈਨੂੰ ਕੁਝ ਨਹੀਂ ਕਹਿ ਸਕੇਗਾ। ਪੂਰਬ ਕਰਮਨ ਕੋ ਸੁਭ ਫਲੇ, ਅਸ